ਧਰੋਂ ਧਰਾ ਪਰ ਪੁੰਨ ਪੁੰਨ ਸੀਸਾ ਜੀ, ਪੁੰਨ ਪੁੰਨ ਸੀਸਾ। ਬੰਦਾ ਬਾਰ 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 ਜਗਦੀਸਾ। ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਫਤਿਹ ਹੈ ਬਿਘਨ ਬਿਨਾਸਨ ਸੋਏ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਜੈ ਟਿਗ ਕਰੋ ਰਜਾਏ ਨਿਜ, ਜਾਚੋਂ ਤੈਂ ਟਿਗ ਜਾਏ। ਨੈ ਕੋ ਮੇਲੀ ਮਮ ਇਆਂ, ਤੁਨ ਸ਼੍ਰੀ ਗੁਰੂ ਅਲਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ 'ਚ ਜੁੜ ਬੈਠੀ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਵੱਡਿਆਂ ਭਾਗਾਂ ਵਾਲੇ ਹੋ ਕੇ ਨਿਤਾ ਪ੍ਰਤੀ ਸਤਿਗੁਰੂ ਨੌਵੇਂ ਪਾਤਸ਼ਾਹ ਦੇ ਪਵਿੱਤਰ ਚਰਨਾਂ 'ਚ ਹਾਜ਼ਰੀਆਂ ਭਰ ਕੇ ਜਗਤ ਗੁਰੂ ਜਾਹਰ ਪੀਰ ਜਗਤ ਗੁਰ ਬਾਬਾ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਜਨਮ ਸਾਖੀ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਭਾਵਨਾ ਸਹਿਤ ਆਪ ਜੀ ਸਰਵਣ ਕਰ ਰਹੇ ਹੋ। ਅੱਜ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦਾ ਜਨਮ ਦਿਵਸ ਹੈ। ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਗ੍ਰਹਿ ਵਿਖੇ ਸਤਿਕਾਰਯੋਗ ਮਾਤਾ ਸੁੰਦਰੀ ਜੀ ਦੇ ਉਦਰ ਤੋਂ ਅੱਜ ਦੇ ਦਿਨ ਬਾਬਾ ਅਜੀਤ ਸਿੰਘ ਜੀ ਦਾ ਜਨਮ ਹੋਇਆ। ਕਲਗੀਧਰ ਪਾਤਸ਼ਾਹ ਨੇ ਆਪ ਖੁਦ ਸਾਹਿਬਜ਼ਾਦੇ ਦਾ ਨਾਮਕਰਨ ਕੀਤਾ ਹੈ। ਬਾਬਾ ਅਜੀਤ ਸਿੰਘ ਜੀ ਜਿਨ੍ਹਾਂ ਨੇ ਦਸਮ ਪਾਤਸ਼ਾਹ ਗੁਰੂ ਕਲਗੀਧਰ ਦੀ ਸ਼ਰਨ 'ਚ ਰਹਿ ਕੇ ਗੁਰਮਤਿ ਦੀ ਵਿੱਦਿਆ ਗ੍ਰਹਿਣ ਕੀਤੀ, ਸਤਿਗੁਰਾਂ ਪਾਸੋਂ ਖੰਡੇ ਦੀ ਪਹੁਲ ਛਕੀ ਔਰ ਸਤਿਗੁਰਾਂ ਦੇ ਨੇਤਰਾਂ ਦੇ ਸਾਹਮਣੇ ਚਮਕੌਰ ਦੀ ਗੜ੍ਹੀ ਵਿੱਚ ਲੜਦਿਆਂ ਸ਼ਹਾਦਤ ਦਾ ਜਾਮ ਪ੍ਰਾਪਤ ਕੀਤਾ। ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੇ ਪਵਿੱਤਰ ਜਨਮ ਦਿਹਾੜੇ ਦੀਆਂ ਸਮੂਹ ਗੁਰੂ ਕੀਆਂ ਸੰਗਤਾਂ ਨੂੰ ਵਧਾਈਆਂ ਹਨ। ਸਤਿ ਸ੍ਰੀ ਅਕਾਲ। ਸਤਿਗੁਰੂ ਗੁਰੂ ਨਾਨਕ ਸਾਹਿਬ ਇਸ ਧਰਤੀ ਦਾ ਭਰਮਣ ਕਰਦਿਆਂ ਮਣੀਪੁਰ ਰਿਆਸਤ ਵਿੱਚ ਪਹੁੰਚੇ ਹਨ, ਜਿੱਥੋਂ ਦੀ ਰਾਜਧਾਨੀ ਅਸੀਮਫਲ ਹੈ। ਇੱਥੇ ਆਏ ਨੇ ਨਗਰ ਦੇ ਬਾਰ-ਬਾਰ ਸਤਿਗੁਰਾਂ ਨੇ ਉਤਾਰਾ ਕੀਤਾ ਹੈ। ਨਗਰ ਵੇਖ ਕੇ ਭਾਈ ਮਰਦਾਨਾ ਜੀ ਨੇ ਬੇਨਤੀ ਕੀਤੀ, ਸਤਿਗੁਰੂ ਜੀ ਆਗਿਆ ਹੋਵੇ ਤੇ ਨਗਰ ਵਿੱਚ ਜਾ ਕੇ ਭੋਜਨ ਛਕਾਵਾਂ। ਸਤਿਗੁਰੂ ਜੀ ਮੁਸਕਰਾਏ ਤੇ ਭਾਈ ਬਾਲੇ ਨੂੰ ਪੁੱਛਦੇ, ਬਾਲਿਆ ਮਰਦਾਨਾ ਕੀ ਕਹਿੰਦਾ? ਭਾਈ ਬਾਲਾ ਜੀ ਕਹਿੰਦੇ, ਮਹਾਰਾਜ ਇਹਦਾ ਜਨਮ ਤੋਂ ਸੁਭਾਅ ਹੀ ਐਸਾ ਹੈ, ਇਹਦੇ ਸੰਸਕਾਰ ਹੀ ਜਨਮ ਤੋਂ ਐਸੇ ਬਣੇ ਹੋਏ ਆ। ਸਤਿਗੁਰੂ ਜੀ ਨੇ ਪੁੱਛਿਆ, ਮਰਦਾਨਿਆ ਨਗਰ 'ਚ ਚੱਲਿਆ, ਕਿਹਦੇ ਕੋਲੋਂ ਜਾ ਕੇ ਭੋਜਨ ਛਕੇਂਗਾ?
ਇਹਨੂੰ ਜਾ ਕੇ ਕਹੇਗਾ ਮੈਨੂੰ ਭੋਜਨ ਛਕਾਓ, ਕਿਸੇ ਨਾਲ ਜਾਣ ਪਛਾਣ ਹੈ ਇੱਥੇ? ਸੁਣ ਕੇ ਭਾਈ ਮਰਦਾਨਾ ਜੀ ਕਹਿਣ ਲੱਗੇ, ਮਹਾਰਾਜ ਮੇਰੀ ਇੱਥੇ ਕਿਸੇ ਨਾਲ ਕੋਈ ਜਾਣ ਪਛਾਣ ਨਹੀਂ, ਤੁਸੀਂ ਕਿਰਪਾ ਕਰਕੇ ਦੱਸੋ ਕਿ ਕਿਹਦੇ ਕੋਲ ਜਾਵਾਂ। ਜਗਤ ਗੁਰੂ ਪਾਤਸ਼ਾਹ ਜੀ ਭਾਈ ਮਰਦਾਨਾ ਜੀ ਨੂੰ ਹੁਕਮ ਕਰ ਰਹੇ ਨੇ, ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦੀ ਅੰਮ੍ਰਿਤਮਈ ਕਥਾ ਸਰਵਣ ਕਰੀਏ। ਗੁਰੂ ਚਰਨਾਂ 'ਚ ਆਪਣੀਆਂ ਹਾਜ਼ਰੀਆਂ ਲਵਾਓ ਤੇ ਰਸਨਾ ਪਵਿੱਤਰ ਕਰਦੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਜੈ ਟਿਗ ਕਰੋ ਰਜਾਏ ਨਿਜ, ਜਾਚੋਂ ਤੈਂ ਟਿਗ ਜਾਏ। ਭਾਈ ਮਰਦਾਨਾ ਜੀ ਕਹਿਣ ਲੱਗੇ, ਸਤਿਗੁਰੂ ਜੀ ਜਿਹਦੇ ਕੋਲ ਜਾਣ ਨੂੰ ਤੁਸੀਂ ਆਗਿਆ ਕਰੋਗੇ, ਜਿਸ ਕੋਲ ਜਾਣ ਵਾਸਤੇ ਤੁਸੀਂ ਹੁਕਮ ਫਰਮਾਓਗੇ, ਮੈਂ ਉਸੇ ਕੋਲ ਚੱਲ ਕੇ ਜਾਵਾਂਗਾ। ਨੈ ਕੋ ਮੇਲੀ ਮਮ ਇਆ, ਸੁਨ ਸ਼੍ਰੀ ਗੁਰੂ ਅਲਾਏ। ਮਹਾਰਾਜ ਜੀ ਮੇਰਾ ਕਿਹੜਾ ਕੋਈ ਇੱਥੇ ਮੇਲੀ ਹੈ ਜਾਂ ਇਸ ਨਗਰ ਵਿੱਚ ਮੇਰਾ ਕੋਈ ਜਾਣ ਪਛਾਣ ਵਾਲਾ ਹੈ? ਤੁਸੀਂ ਤਾਂ ਸਾਰੀ ਧਰਤੀ ਦੇ ਜੀਆਂ ਨੂੰ ਜਾਣਦੇ ਹੋ, ਤੁਸੀਂ ਦੱਸੋ ਮੈਂ ਇਸ ਨਗਰ ਵਿੱਚ ਕਿਸ ਕੋਲ ਜਾਵਾਂ, ਕਿਸ ਨੂੰ ਜਾ ਕੇ ਮਿਲਾਂ? ਚੋਪਈ ਪਾਖਰ ਇਕ ਤਿਖਾਣ ਤੈਂ ਪੂਤਾ। ਸਤਿਗੁਰੂ ਜੀ ਬੋਲੇ, ਕਹਿਣ ਲੱਗੇ ਭਾਈ ਮਰਦਾਨਾ ਜੀ ਇਸ ਨਗਰ ਵਿੱਚ ਇੱਕ ਭਾਈ ਪਾਖਰ ਨਾਮ ਦਾ ਸੇਵਕ ਹੋਇਆ ਪਰਮੇਸ਼ਰ ਦਾ, ਉਹ ਜਾਤੀ ਕਰਕੇ ਤਰਖਾਣ ਹੈ, ਉਹਦਾ ਅੱਗੇ ਇੱਕ ਪੁੱਤਰ ਹੈ। ਝੰਡਾ ਨਾਮ ਰੁਚਰ ਕਰ ਤੂਤਾ। ਭਾਈ ਝੰਡਾ ਬਾਢੀ ਜੋ ਇਸੇ ਨਗਰ ਵਿੱਚ ਰਹਿੰਦਾ, ਜਿਸ ਦੀ ਮੱਤ ਬੜੀ ਪਵਿੱਤਰ ਹੈ, ਸ਼ੁਭ ਕਰਨੀ ਵਾਲਾ ਹੈ। ਜਾਏ ਕਰੋ ਭੋਜਨ ਤੈਨਾ। ਭਾਈ ਮਰਦਾਨਾ ਜੀ ਤੁਸੀਂ ਭਾਈ ਝੰਡਾ ਬਾਢੀ ਜੀ ਦੇ ਘਰ ਜਾਓ ਔਰ ਉਹਨਾਂ ਦੇ ਘਰ ਜਾ ਕੇ ਭੋਜਨ ਛਕ ਲਵੋ। ਮਰਦਾਨਾ ਗਮਨਿਓ ਸੁਨ ਬੈਨਾ। ਸਤਿਗੁਰੂ ਜੀ ਦੇ ਬਚਨ ਸੁਣ ਕੇ ਭਾਈ ਸਾਹਿਬ ਭਾਈ ਮਰਦਾਨਾ ਜੀ ਚੱਲ ਪਏ, ਨਗਰ ਵਾਲੇ ਪਾਸੇ ਵਧੇ ਹਨ। ਜਾਈ ਨਗਰ ਮੈਂ ਪ੍ਰਾਪਤ ਪਇਓ। ਨਗਰ ਦੇ ਵਿੱਚ ਗਏ ਹਨ, ਨਗਰ ਵਿੱਚ ਪਹੁੰਚੇ ਹਨ। ਬੂਜਤ ਬੂਜਤ ਕੋਸਿਸ ਗਇਓ। ਭਾਈ ਸਾਹਿਬ ਭਾਈ ਮਰਦਾਨਾ ਜੀ ਨਗਰ 'ਚ ਜਾ ਕੇ ਪੁੱਛਦੇ ਨੇ ਕਿ ਜੀ ਇੱਥੇ ਭਾਈ ਝੰਡੇ ਬਾਢੀ ਦਾ ਘਰ ਕਿੱਥੇ ਹੈ, ਜਿਹੜਾ ਪਾਖਰ ਦਾ ਪੁੱਤਰ ਹੈ ਝੰਡਾ, ਉਹਦੀ ਰਿਹਾਇਸ਼ ਕਿੱਥੇ ਹੈ, ਉਹਦਾ ਘਰ ਕਿੱਥੇ ਹੈ? ਇੱਦਾਂ ਕਈਆਂ ਕੋਲੋਂ ਪੁੱਛਦੇ ਪੁੱਛਦੇ ਜਾ ਰਹੇ ਹਨ। ਇੱਕ ਜਗ੍ਹਾ ਇੱਕ ਕੋਕ ਤੱਕ ਦਾ ਪੈਂਡਾ ਤੈਅ ਕਰਕੇ ਗਏ। ਤਬ ਇੱਕ ਮਾਨਵ ਤੈਂ ਕੇ ਸੰਗਾ। ਜਦੋਂ ਚਲਦਿਆਂ ਪੁੱਛਦਿਆਂ ਪਹੁੰਚੇ ਤੇ ਇੱਕ ਸੱਜਣ ਪੁਰਸ਼ ਜੋ ਬੜਾ ਨੇਕ ਇਨਸਾਨ ਸੀ, ਜਿਸ ਦੀ ਬੜੀ ਸੱਜਣਤਾਈ ਦੀ ਬਿਰਤੀ ਹੈ, ਉਹ ਭਾਈ ਸਾਹਿਬ ਭਾਈ ਮਰਦਾਨਾ ਜੀ ਨੂੰ ਰਸਤੇ ਵਿੱਚ ਮਿਲੇ। ਬੂਜਨ ਕੀਨ ਸਰਬ ਪਰ ਸੰਗਾ। ਉਹਨੇ ਸੁਭਾਵਕ ਭਾਈ ਮਰਦਾਨੇ ਨੂੰ ਵੇਖ ਕੇ ਵੀ ਵਿਦੇਸ਼ੀ ਬੰਦਾ ਲੱਗਦਾ, ਬਾਹਰੋਂ ਆਇਆ ਤੇ ਕੁਝ ਲੱਭ ਰਿਹਾ, ਤੇ ਉਹਦੀ ਮਦਦ ਕਰਨ ਵਾਸਤੇ ਭਾਈ ਮਰਦਾਨਾ ਜੀ ਦੀ ਉਹ ਪੁੱਛਣ ਲੱਗਾ, ਕੋ ਹੈ ਤੂੰ ਕਹਿਤੀ ਚੱਲ ਆਇਓ। ਉਹ ਸੱਜਣ ਪੁਰਸ਼ ਭਾਈ ਮਰਦਾਨਾ ਜੀ ਨੂੰ ਪੁੱਛਦਾ ਹੈ, ਕਹਿਣ ਲੱਗਾ, ਵੀਰ ਜੀ ਕੌਣ ਹੋ ਤੁਸੀਂ, ਕਿੱਥੋਂ ਚੱਲ ਕੇ ਆਏ ਹੋ? ਕੌਣ ਬਰਨ ਅਬ ਕਹਾਂ ਸਿਧਾਇਓ। ਕਿਹੜਾ ਵਰਨ ਹੈ ਤੁਹਾਡਾ ਤੇ ਕਿੱਥੇ ਚੱਲ ਕੇ ਜਾ ਰਹੇ ਹੋ, ਕਿਹਨੂੰ ਲੱਭ ਰਹੇ ਹੋ? ਸੁਨ ਮਰਦਾਨੇ ਵਾਕ ਅਲਾਇਆ। ਸੁਣ ਕੇ ਭਾਈ ਸਾਹਿਬ ਭਾਈ ਮਰਦਾਨਾ ਜੀ ਬੋਲੇ, ਉਹਨੂੰ ਕਹਿਣ ਲੱਗੇ, ਝੰਡੇ ਕੋ ਕਰ ਦਿਓ ਬਤਾਇਆ। ਕਹਿਣ ਲੱਗਾ, ਭਰਾ ਜੀ ਮੈਂ ਇੱਥੇ ਭਾਈ ਝੰਡੇ ਬਾਢੀ ਦਾ ਘਰ ਲੱਭ ਰਿਹਾ, ਜੇ ਤੈਨੂੰ ਭਾਈ ਝੰਡੇ ਦੇ ਘਰ ਦਾ ਪਤਾ ਹੈ ਤਾਂ ਮੈਨੂੰ ਉਹਦਾ ਘਰ ਦੱਸ ਦੇ। ਦੋਹਰਾ ਪੂਜ ਲਏ ਗੋ ਸੋ ਹਮੇ ਜਾਏ ਜੋ ਤੈਂ ਕੇ ਪਾਸ। ਤੇ ਜੇ ਤੁਹਾਨੂੰ ਪਤਾ ਹੈ, ਤੁਸੀਂ ਮੇਰੇ ਕੋਲੋਂ ਪੁੱਛ ਰਹੇ ਹੋ ਕਿ ਮੇਰੀ ਕੀ ਮਦਦ ਕਰਨੀ ਚਾਹੁੰਦੇ ਹੋ, ਤਾਂ ਮੇਰੀ ਇਹ ਮਦਦ ਕਰੋ ਕਿ ਮੈਨੂੰ ਉਹਦੇ ਕੋਲ ਚੱਲ ਕੇ ਲੈ ਚੱਲੋ, ਉੱਥੇ ਜਾ ਕੇ ਮੈਂ ਆਪਣੇ ਬਾਰੇ ਤੁਹਾਨੂੰ ਦੱਸ ਦੇਵਾਂਗਾ। ਇੰਦਰ ਸੈਨ ਸੁਨ ਲੈ ਚਲਾ
ਜੈ ਠਾਹੁ ਤੋ ਆਵਾਸ। ਖਾਲਸਾ ਜੀ, ਇਹ ਜਿਹੜਾ ਸੱਜਣ ਪੁਰਸ਼ ਸੀ ਨਾ, ਜਿਹੜਾ ਭਾਈ ਮਰਦਾਨੇ ਦੀ ਮਦਦ ਵਾਸਤੇ ਆਇਆ ਹੈ, ਇਹਦਾ ਨਾਮ ਸੀ ਭਾਈ ਇੰਦਰਸੈਨ। ਬੜਾ ਸੂਝਵਾਨ, ਸਿਆਣਾ, ਨੇਕ ਨੀਅਤ ਇਨਸਾਨ, ਪਰਮੇਸ਼ਰ ਦੀ ਬੰਦਗੀ ਕਰਨ ਵਾਲਾ ਸੱਜਣ ਸੀ। ਭਾਈ ਮਰਦਾਨਾ ਜੀ ਨੂੰ ਕਹਿੰਦਾ, ਜੀ ਚਲੋ, ਮੈਨੂੰ ਪਤਾ ਹੈ ਭਾਈ ਝੰਡੇ ਬਾਢੀ ਦਾ ਘਰ, ਮੈਂ ਤੁਹਾਨੂੰ ਆਪਣੇ ਨਾਲ ਲੈ ਕੇ ਚੱਲਦਾ, ਜਿਹਦੇ ਬਾਰੇ ਤੁਸੀਂ ਪੁੱਛਦੇ ਹੋ ਉਹਦੇ ਕੋਲ ਤੁਹਾਨੂੰ ਲੈ ਕੇ ਚੱਲਦਾ ਹਾਂ। ਜੋ ਪਈ ਝੰਡਾ ਮੰਜੀ ਬੁਨਤ ਨਕੇਤੂ। ਜਦੋਂ ਇਹ ਚੱਲ ਕੇ ਗਏ, ਭਾਈ ਝੰਡੇ ਦੇ ਘਰ ਪਹੁੰਚੇ ਤੇ ਭਾਈ ਝੰਡਾ ਜੀ ਆਪਣੇ ਘਰ ਦੇ ਬਾਹਰ ਮੰਜੀ ਬਣਾ ਰਹੇ ਸੀ। ਤਰਖਾਣ ਜੋ ਸਨ, ਲੱਕੜੀ ਦਾ ਕੰਮ ਕਰਦੇ ਸੀ, ਇੱਕ ਮੰਜਾ ਬੁਣ ਰਹੇ ਸੀ, ਤਿਆਰ ਕਰ ਰਹੇ ਸਨ। ਦੇ ਕੁਟਿਓ ਤਿਨ ਆਦਰ ਹੇਤੂ। ਜਦੋਂ ਭਾਈ ਇੰਦਰਸੈਨ ਜੀ ਤੇ ਭਾਈ ਮਰਦਾਨਾ ਜੀ ਨੂੰ ਆਉਂਦਿਆਂ ਵੇਖਿਆ ਭਾਈ ਝੰਡਾ ਜੀ ਨੇ, ਉਹ ਉੱਠ ਕੇ ਇਹਨਾਂ ਦਾ ਆਦਰ ਕਰਨ ਵਾਸਤੇ, ਸਤਿਕਾਰ ਕਰਨ ਵਾਸਤੇ ਉੱਠੇ। ਤੂਰਨ ਸੁੰਦਰ ਮੰਚ ਡਸਾਇਓ। ਛੇਤੀ ਨਾਲ ਭਾਈ ਝੰਡੇ ਬਾਢੀ ਨੇ ਆਪਣੇ ਘਰ ਵਿੱਚ ਪਲੰਘਾ ਡਾਇਆ ਬੈਠਣ ਵਾਸਤੇ, ਅਧਿਕ ਭਾਉ ਕਰ ਤਿਸੇ ਬਿਸਾਇਓ। ਔਰ ਬੜਾ ਭਾਉ ਕਰਕੇ, ਪ੍ਰੇਮ ਕਰਕੇ ਭਾਈ ਝੰਡੇ ਬਾਢੀ ਨੇ ਭਾਈ ਮਰਦਾਨਾ ਜੀ ਔਰ ਭਾਈ ਇੰਦਰਸੈਨ ਜੀ ਨੂੰ ਬੈਠਣ ਵਾਸਤੇ ਕਿਹਾ ਤੇ ਆਖਿਆ, ਮਹਾਰਾਜ ਇੱਥੇ ਸਜੋ, ਇੱਥੇ ਬੈਠੋ। ਇੰਦਰਸੈਨ ਪੁਨ ਬੈਨੀ ਉਚਾਰਾ। ਜਦੋਂ ਬਹਿ ਗਏ, ਫਿਰ ਭਾਈ ਇੰਦਰਸੈਨ ਜੀ ਪੁੱਛਣ ਲੱਗੇ, ਖੋਜਤ ਫਿਰਤੇ ਆਵਾਸ ਤੁਮਾਰਾ। ਕਹਿਣ ਲੱਗੇ, ਭਾਈ ਝੰਡਾ ਜੀ, ਇਹ ਕੋਈ ਸੱਜਣ ਪੁਰਸ਼ ਨੇ, ਤੁਹਾਡਾ ਘਰ ਲੱਭ ਰਹੇ ਸੀ, ਇਹ ਤੁਹਾਡੇ ਘਰ ਦੀ ਭਾਲ ਕਰ ਰਹੇ ਸੀ ਤੇ ਮੈਂ ਇਹਨਾਂ ਨੂੰ ਤੁਹਾਡੇ ਘਰ ਲੈ ਕੇ ਆਇਆ ਹਾਂ। ਬੂਝਰਿਓ ਹੋ ਸਰਬ ਪ੍ਰਸੰਗਾ। ਮੈਂ ਇਹਨਾਂ ਨੂੰ ਪੁੱਛਦਾ ਰਿਹਾ ਵੀ ਤੁਸੀਂ ਕੌਣ ਹੋ, ਕਿੱਥੋਂ ਆਏ ਹੋ, ਤੁਹਾਡਾ ਵਰਨ ਕੀ ਹੈ। ਮੋਹਿ ਨਾ ਬਤਾਇਓ ਆਨਿਓ ਸੰਗਾ। ਮੈਨੂੰ ਤਾਂ ਇਹਨਾਂ ਨੇ ਨਹੀਂ ਦੱਸਿਆ, ਕਹਿੰਦੇ ਭਾਈ ਝੰਡੇ ਦੇ ਘਰ ਲੈ ਚੱਲ, ਮੈਂ ਉੱਥੇ ਜਾ ਕੇ ਦੱਸਾਂਗਾ। ਮੈਂ ਇਹਨਾਂ ਨੂੰ ਪੁੱਛਿਆ ਵੀ ਕੌਣ ਹੈ ਤੂੰ, ਕਿੱਥੋਂ ਆਇਆ, ਨਾਮ ਕੀ ਹੈ ਤੁਹਾਡਾ, ਕਿਹੜਾ ਦੇਸ਼ ਹੈ। ਇਹਨਾਂ ਨੇ ਦੱਸਿਆ ਨਹੀਂ ਮੈਨੂੰ, ਬਸ ਤੁਹਾਡੇ ਬਾਰੇ ਪੁੱਛਦੇ ਸੀ ਵੀ ਮੈਂ ਝੰਡੇ ਦੇ ਘਰ ਜਾਣਾ ਤੇ ਮੈਂ ਤੁਹਾਡੇ ਘਰ ਇਹਨਾਂ ਨੂੰ ਲੈ ਕੇ ਆ ਗਿਆ, ਹੁਣ ਤੁਸੀਂ ਪੁੱਛ ਲਵੋ। ਜਾਂ ਕੋ ਹੈ ਕੁਛ ਤੁਝ ਸੋ ਕਾਮਾ। ਜਿਹੜਾ ਐਡੀ ਦੂਰੋਂ ਤੁਹਾਡੀ ਭਾਲ ਕਰਦਾ ਆਇਆ ਹੈ, ਜ਼ਰੂਰ ਇਹਦਾ ਤੁਹਾਡੇ ਨਾਲ ਕੋਈ ਕੰਮ ਹੋਵੇਗਾ, ਤੁਹਾਡੇ ਨਾਲ ਕੋਈ ਕੰਮ ਹੋਣਾ, ਤਾਂ ਹੀ ਲੱਭਦੇ ਫਿਰਦੇ ਸੀ, ਤੁਹਾਡੇ ਘਰ ਬਾਰੇ ਪੁੱਛਦੇ ਸਨ। ਜਾਂ ਤੇ ਚੱਲ ਆਵਾ ਤੁਝ ਧਾਮਾ। ਇਸ ਕਰਕੇ ਮੈਂ ਇਸ ਸੱਜਣ ਪੁਰਸ਼ ਨੂੰ ਆਪਣੇ ਨਾਲ ਲੈ ਕੇ ਤੁਹਾਡੇ ਕੋਲ ਆਇਆ ਹਾਂ। ਬੂਜਤ ਝੰਡਾ ਕਹਿੰਤੇ ਆਇਓ। ਜਦੋਂ ਭਾਈ ਇੰਦਰਸੈਨ ਜੀ ਨੇ ਦੱਸਿਆ ਨਾ ਭਾਈ ਮਰਦਾਨੇ ਬਾਰੇ, ਇਹਨਾਂ ਨੂੰ ਮੈਂ ਲੈ ਕੇ ਆਇਆ ਤੁਹਾਡੇ ਘਰ, ਤੁਹਾਡੇ ਬਾਰੇ ਪੁੱਛਦੇ ਨੇ, ਮੈਨੂੰ ਪਤਾ ਨਹੀਂ ਇਹ ਕੌਣ ਨੇ, ਮੈਂ ਪੁੱਛਿਆ ਪਰ ਇਹਨਾਂ ਮੈਨੂੰ ਦੱਸਿਆ ਨਹੀਂ। ਇਹ ਸੁਣ ਕੇ ਭਾਈ ਝੰਡਾ ਜੀ ਬੋਲੇ, ਭਾਈ ਮਰਦਾਨਾ ਜੀ ਨੂੰ ਪੁੱਛਦੇ, ਕਹਿਣ ਲੱਗੇ, ਕੌਣ ਨਾਮ ਕੋ ਬਰਨ ਸੁਹਾਇਓ। ਕਹਿਣ ਲੱਗੇ, ਮਹਾਰਾਜ ਜੀ ਤੁਸੀਂ ਕਿੱਥੋਂ ਆਏ ਹੋ ਚੱਲ ਕੇ, ਤੁਹਾਡਾ ਕੀ ਨਾਮ ਹੈ, ਕਿਹੜਾ ਵਰਨ ਹੈ ਤੁਹਾਡਾ, ਕਿਸ ਵਰਨ ਨਾਲ ਤੁਹਾਡਾ ਸੰਬੰਧ ਹੈ। ਦੋਹਰਾ ਮਰਦਾਨਾ ਮਮ ਨਾਮ ਹੈ, ਪਰਨ ਮੇਰਾ ਸੀ ਜਾਨ। ਜਦੋਂ ਭਾਈ ਝੰਡੇ ਬਾਢੀ ਨੇ ਪੁੱਛਿਆ, ਸੁਣ ਕੇ ਭਾਈ ਮਰਦਾਨਾ ਜੀ ਬੋਲੇ, ਕਹਿਣ ਲੱਗੇ, ਜੀ ਮੇਰਾ ਨਾਮ ਹੈ ਮਰਦਾਨਾ, ਮੇਰਾ ਵਰਨ ਮਿਰਾਸ਼ੀ ਹੈ, ਮੈਂ ਮਿਰਾਸ਼ੀਆਂ ਦੇ ਵਰਨ ਨਾਲ ਸੰਬੰਧ ਰੱਖਦਾ ਹਾਂ। ਤੁਮਰੇ ਨਿਕਟ ਪਠਾਇਓ ਸ਼੍ਰੀ ਨਾਨਕ ਗੁਣ ਖਾਨ। ਤੇ ਮੈਨੂੰ ਤੁਹਾਡੇ ਕੋਲ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਭੇਜਿਆ, ਮੈਂ ਭੇਜਿਆ ਆਇਆ ਹਾਂ ਗੁਰੂ ਨਾਨਕ ਸਾਹਿਬ ਜੀ ਦਾ, ਜੋ ਗੁਣਾਂ ਦੀ ਖਾਨ ਨੇ, ਉਹਨਾਂ ਨੇ ਮੈਨੂੰ ਤੁਹਾਡੇ ਪਾਸ ਭੇਜਿਆ ਹੈ। ਚੋਪਈ ਝੰਡਾ ਕਈ ਨਾਹੋ ਕਬ ਜਾਣਤ। ਜਦੋਂ ਭਾਈ ਮਰਦਾਨਾ ਜੀ ਨੇ ਸਤਿਗੁਰਾਂ ਦਾ ਨਾਮ ਲੈ ਕੇ ਸੁਣਾਇਆ, ਸੁਣ ਕੇ ਅੱਗੋਂ ਭਾਈ ਝੰਡਾ ਜੀ ਬੋਲੇ, ਕਹਿਣ ਲੱਗੇ, ਜੀ ਮੈਂ ਤਾਂ ਕਦੇ ਇਹ ਨਾਂ ਸੁਣਿਆ ਨਹੀਂ, ਜਿਹੜਾ ਨਾਂ ਤੁਸੀਂ ਲਿਆ ਗੁਰੂ ਨਾਨਕ ਸਾਹਿਬ ਦਾ, ਮੈਂ ਤਾਂ ਕਦੇ ਨਾਮ ਸੁਣਿਆ ਨਹੀਂ, ਨਾ ਹੀ ਮੈਂ ਉਹਨਾਂ ਨੂੰ ਜਾਣਦਾ ਹਾਂ। ਜੈ ਕੋ ਨਾਨਕ ਨਾਮ ਬਖਾਨਤ। ਜਿਨ੍ਹਾਂ ਦਾ ਨਾਮ ਤੁਸੀਂ ਨਾਨਕ ਜੀ ਦੱਸ ਰਹੇ ਹੋ,
ਮੈਂ ਉਹਨਾਂ ਬਾਰੇ ਨਹੀਂ ਜਾਣਦਾ ਤੇ ਨਾ ਹੀ ਮੈਂ ਕਦੇ ਉਹਨਾਂ ਬਾਰੇ ਸੁਣਿਆ ਹੈ। आगे सुना न देखा कबई। ਨਾ ਸੁਣਿਆ ਕਦੇ ਤੇ ਨਾ ਹੀ ਕਦੇ ਉਹਨਾਂ ਨੂੰ ਵੇਖਿਆ, ਨਾ ਹੀ ਉਹਨਾਂ ਦੇ ਦਰਸ਼ਨ ਕੀਤੇ ਹਨ। तुमने नाम सुनावा अबई। ਆ ਹੁਣੇ ਪਹਿਲੀ ਵਾਰ ਮੈਂ ਤੁਹਾਡੇ ਕੋਲੋਂ ਉਹਨਾਂ ਦਾ ਨਾਮ ਸੁਣਿਆ। ਤੁਸੀਂ ਆ ਕੇ ਮੈਨੂੰ ਪਹਿਲੀ ਵਾਰ ਉਹਨਾਂ ਦਾ ਨਾਮ ਸੁਣਾਇਆ ਹੈ। तूने जानत सो तुझे जाने। ਸੁਣ ਕੇ ਭਾਈ ਮਰਦਾਨਾ ਜੀ ਬੋਲੇ, ਕਹਿੰਦੇ ਭਾਈ ਝੰਡਾ ਜੀ ਤੁਸੀਂ ਨਹੀਂ ਜਾਣਦੇ ਉਹਨਾਂ ਨੂੰ, ਪਰ ਉਹ ਤੁਹਾਨੂੰ ਜਾਣਦੇ ਹਨ। ਉਹ ਜਾਣਦੇ ਨੇ ਤੁਹਾਨੂੰ, ਤੁਸੀਂ ਉਹਨਾਂ ਨੂੰ ਨਹੀਂ ਜਾਣਦੇ। चलो हदूर लए पहचाने। ਚਲੋ ਤੁਸੀਂ ਮੇਰੇ ਨਾਲ ਸਤਿਗੁਰਾਂ ਦੇ ਪਾਸ ਹਾਜ਼ਰ ਹੋਵੋ, ਉਹ ਤੁਹਾਨੂੰ ਪਛਾਣ ਲੈਣਗੇ, ਜਾਣ ਲੈਣਗੇ, ਤੁਸੀਂ ਵੀ ਉਹਨਾਂ ਨੂੰ ਪਛਾਣ ਜਾਣ ਲਵੋਗੇ। जी पहचान तो मुझे पठावा। ਉਹਨਾਂ ਨੇ ਤੁਹਾਨੂੰ ਪਛਾਣਿਆ ਤਾਂ ਹੀ ਤਾਂ ਮੈਨੂੰ ਤੁਹਾਡੇ ਕੋਲ ਭੇਜਿਆ। ਉਹ ਤੁਹਾਨੂੰ ਜਾਣਦੇ ਨੇ, ਤੁਹਾਨੂੰ ਪਛਾਣਦੇ ਨੇ, ਇਸੇ ਕਰਕੇ ਮੈਨੂੰ ਤੁਹਾਡੇ ਕੋਲ ਭੇਜਿਆ ਹੈ। बिन जाने सुध कै को आवा। ਤੇ ਜੇ ਉਹ ਤੁਹਾਡੇ ਬਾਰੇ ਜਾਣਦੇ ਹੀ ਨਾ ਹੁੰਦੇ ਤੇ ਫਿਰ ਉਹਨਾਂ ਨੂੰ ਕਿਵੇਂ ਪਤਾ ਲੱਗਦਾ ਵੀ ਇੱਥੇ ਝੰਡਾ ਰਹਿੰਦਾ ਮਰਦਾਨਿਆ, ਤੂੰ ਉਹਨਾਂ ਕੋਲ ਚਲਾ ਜਾ। ਉਹ ਤੁਹਾਡੇ ਬਾਰੇ ਜਾਣਦੇ ਨੇ, ਤਦੇ ਮੈਨੂੰ ਤੁਹਾਡੇ ਕੋਲ ਭੇਜਿਆ। ਜੇ ਤੁਸੀਂ ਉਹਨਾਂ ਨੂੰ ਜਾਣਨਾ ਚਾਹੁੰਦੇ ਹੋ ਤੇ ਚੱਲ ਕੇ ਉਹਨਾਂ ਦੇ ਦਰਸ਼ਨ ਕਰ ਲਵੋ। सुन एव चंडा बुद्ध विशेखा। ਇਹ ਗੱਲ ਜਦੋਂ ਭਾਈ ਝੰਡੇ ਨੇ ਸੁਣੀ, ਬੁੱਧੀਮਾਨ ਸੀ ਇਹ ਵੀ, ਜਿਹਦੇ ਬਾਰੇ ਸਤਿਗੁਰੂ ਜੀ ਨੇ ਉਪਮਾ ਕੀਤੀ ਹੈ ਵੀ ਬੜਾ ਨੇਕ ਨੀਅਤ ਕਰਨੀ ਵਾਲਾ ਸੇਵਕ ਹੈ ਭਾਈ ਝੰਡਾ। ਤੇ ਵਾਕਈ ਉਹ ਕਰਨੀ ਵਾਲਾ ਹੋਵੇਗਾ ਜਿਹਦੀ ਉਪਮਾ ਗੁਰੂ ਨਾਨਕ ਸਾਹਿਬ ਕਰ ਰਹੇ ਨੇ। ਭਾਈ ਝੰਡਾ ਜੀ ਜਿਨ੍ਹਾਂ ਦੀ ਬੜੀ ਵਿਸ਼ੇਸ਼ ਬੁੱਧੀ ਹੈ। ਬੂਜਤ ਕੋ ਸਰੀਰ ਤਿਨ ਭੇਖਾ। ਉਹ ਭਾਈ ਮਰਦਾਨਾ ਜੀ ਨੂੰ ਪੁੱਛਦੇ, ਕਹਿੰਦੇ ਭਾਈ ਮਰਦਾਨਾ ਜੀ ਇਹ ਦੱਸੋ ਕਿ ਜਿਨ੍ਹਾਂ ਦਾ ਨਾਂ ਤੁਸੀਂ ਲੈਂਦੇ ਹੋ ਗੁਰੂ ਨਾਨਕ ਸਾਹਿਬ, ਉਹਨਾਂ ਦੇ ਸਰੀਰ ਦਾ ਭੇਖ ਕਿਹੜਾ ਹੈ? ਉਹਨਾਂ ਨੇ ਕਿਹੜਾ ਭੇਖ ਧਾਰਨ ਕੀਤਾ ਹੋਇਆ? ਕਿਉਂਕਿ ਬਹੁਤ ਸਾਰੇ ਭੇਖਾਂ ਦੇ ਮਹਾਂਪੁਰਸ਼ ਹੁੰਦੇ ਆ। ਕੋਈ ਸੰਨਿਆਸੀ ਭੇਖ ਦਾ ਧਾਰਨੀ ਹੁੰਦਾ ਹੈ, ਕੋਈ ਵੈਰਾਗੀਆਂ ਦੇ ਭੇਖ ਦਾ ਧਾਰਨੀ ਹੁੰਦਾ ਹੈ। ਇਸ ਤਰ੍ਹਾਂ ਵੱਖੋ ਵੱਖਰੇ ਭੇਖ ਨੇ। ਤੁਸੀਂ ਦੱਸੋ ਕਿ ਜਿਨ੍ਹਾਂ ਬਾਰੇ ਤੁਸੀਂ ਦੱਸ ਰਹੇ ਹੋ ਭਾਈ ਮਰਦਾਨਾ ਜੀ, ਉਹਨਾਂ ਨੇ ਕਿਹੜਾ ਭੇਖ ਧਾਰਨ ਕੀਤਾ ਹੋਇਆ ਹੈ? ਜਿਸ ਪ੍ਰਕਾਰ ਕੀ ਹੋਵੇ ਤਿਨ ਰੀਤਾ। ਉਹਨਾਂ ਦੀ ਰੀਤ, ਉਹਨਾਂ ਦੀ ਮਰਿਆਦਾ ਕਿਸ ਪ੍ਰਕਾਰ ਦੀ ਹੈ? ਲੈ ਗਵਨੋ ਤਸ ਭੇਟ ਸਪ੍ਰੀਤਾ। ਜੇ ਤੁਸੀਂ ਮੈਨੂੰ ਉਹਨਾਂ ਬਾਰੇ ਕੁਝ ਦੱਸ ਦਿਓ, ਉਹਨਾਂ ਦੀ ਕੀ ਮਰਿਆਦਾ ਹੈ, ਮੈਂ ਉਸੇ ਤਰ੍ਹਾਂ ਦੀ ਭੇਟਾ ਉਹਨਾਂ ਕੋਲ ਲੈ ਕੇ ਜਾਵਾਂ। ਕਿਉਂਕਿ ਜਿਹੋ ਜੇ ਭੇਖਦੇ ਉਹ ਹਨ, ਜੋ ਉਹਨਾਂ ਦੇ ਮਨ ਦੇ ਵਿੱਚ ਉਹਨਾਂ ਨੂੰ ਭਾਉਂਦਾ ਹੈ, ਮੈਂ ਉਹਦੇ ਮੁਤਾਬਕ ਹੀ ਘਰੋਂ ਕੋਈ ਭੇਟਾ ਲੈ ਕੇ ਉਹਨਾਂ ਕੋਲ ਜਾਵਾਂ। ਕਿਉਂਕਿ ਐਸੇ ਮਹਾਂਪੁਰਸ਼ਾਂ ਦੇ ਪਾਸ ਖਾਲੀ ਹੱਥ ਨਹੀਂ ਜਾਣਾ ਚਾਹੀਦਾ। ਤੇ ਭਾਈ ਮਰਦਾਨਾ ਜੀ ਮੈਨੂੰ ਦੱਸੋ ਉਹਨਾਂ ਦਾ ਕੀ ਭੇਖ ਹੈ, ਉਹਨਾਂ ਦੀ ਕੀ ਰੀਤ ਮਰਿਆਦਾ ਹੈ, ਕੀ ਉਹਨਾਂ ਨੂੰ ਚੰਗਾ ਲੱਗਦਾ, ਕੀ ਨਹੀਂ ਚੰਗਾ ਲੱਗਦਾ। ਜੇ ਤੁਸੀਂ ਮੈਨੂੰ ਦੱਸ ਦਿਓਗੇ ਤਾਂ ਮੈਂ ਉਸੇ ਤਰ੍ਹਾਂ ਦੀ ਭੇਟਾ ਉਹਨਾਂ ਦੇ ਕੋਲ ਲੈ ਕੇ ਜਾਵਾਂਗਾ। ਪੁਨ ਮਰਦਾਨੇ ਬੈਨ ਅਲਾਇਆ। ਭਾਈ ਝੰਡਾ ਜੀ ਦਾ ਇਹ ਬਚਨ ਸੁਣ ਕੇ ਭਾਈ ਮਰਦਾਨਾ ਜੀ ਬੋਲੇ, ਜਗ ਮੈਂ ਨਾਨਕ ਤਪਾ ਕਹਾਇਆ। ਕਹਿਣ ਲੱਗੇ ਭਾਈ ਝੰਡਾ ਜੀ, ਇਸ ਜਗਤ ਵਿੱਚ ਗੁਰੂ ਨਾਨਕ ਸਾਹਿਬ ਜੀ ਨਾਨਕ ਤਪਾ ਸਦਾਉਂਦੇ ਹਨ। ਉਹਨਾਂ ਨੂੰ ਦੁਨੀਆ ਦੇ ਲੋਕ ਨਾਨਕ ਤਪਾ ਕਹਿ ਕੇ ਸੰਬੋਧਨ ਕਰਦੇ ਹਨ। ਬੇਸ ਉਦਾਸ ਸਰੀਰ ਬਿਰਾਜੈ। ਉਹਨਾਂ ਨੇ ਆਪਣੇ ਸਰੀਰ ਤੇ ਉਦਾਸੀਨਤਾ ਦਾ ਭੇਖ, ਉਹ ਭੇਖ ਆਪਣੇ ਸਰੀਰ ਤੇ ਧਾਰਨ ਕੀਤਾ ਹੋਇਆ ਹੈ। ਜਿਨ ਕੇ ਦਰਸ਼ਨ ਕਲਮਲ ਭਾਜੈ। ਜਿਨ੍ਹਾਂ ਦੇ ਦਰਸ਼ਨ ਕੀਤਿਆਂ ਕਲਯੁਗ ਦੇ ਪਾਪ ਨਸ ਜਾਂਦੇ ਨੇ, ਜਿਨ੍ਹਾਂ ਦੇ ਦੀਦਾਰ ਕੀਤਿਆਂ ਪਾਪ ਨਸ਼ਟ ਭ੍ਰਸ਼ਟ ਹੋ ਜਾਂਦੇ ਹਨ। ਦੋਹਰਾ ਝੰਡਾਰਿ ਦੇ ਵਿਚਾਰਈ ਕੋ ਅਤੀਤ ਸ਼ੁਭ ਹੋਏ। ਇਹ ਸੁਣ ਕੇ ਭਾਈ ਮਰਦਾਨਾ ਜੀ ਦੇ ਬਚਨ ਭਾਈ ਝੰਡਾ ਜੀ ਆਪਣੇ ਹਿਰਦੇ 'ਚ ਵਿਚਾਰ ਕਰਦੇ ਨੇ ਕਿ ਜਿਨ੍ਹਾਂ ਬਾਰੇ ਇਹ ਦੱਸ ਰਹੇ ਨੇ ਨਾਨਕ ਤਪਾ ਜੀ, ਉਹ ਨਾਨਕ ਤਪਾ ਜੀ ਕੋਈ ਅਤੀਤ ਮਹਾਪੁਰਸ਼ ਹੋਣਗੇ। ਅਤੀਤ ਦਾ ਮਤਲਬ ਹੁੰਦਾ ਜਿਹਨੇ ਸਭ ਕੁਝ ਤਿਆਗਿਆ ਹੋਵੇ। ਕੋਈ ਐਸੇ ਮਹਾਤਮਾ ਹੋਣਗੇ, ਇਹਨਾਂ ਦੀਆਂ ਗੱਲਾਂ ਤੋਂ ਪ੍ਰਤੀਤ ਹੁੰਦਾ ਹੈ। ਅਸਨ ਕਰਨ ਆਇਸ ਦਈ
ਸਦਨ ਅੰਗਨਾ ਜੋਈ। ਭਾਈ ਝੰਡਾ ਜੀ ਨੇ ਆਪਣੀ ਘਰਵਾਲੀ ਨੂੰ ਆਗਿਆ ਦਿੱਤੀ, ਭਾਗਵਾਨ ਨੇ, ਸਾਡੇ ਭਾਗ ਚੰਗੇ, ਮਹਾਂਪੁਰਸ਼ ਆਏ ਐ, ਉਹਨਾਂ ਵਾਸਤੇ ਭੋਜਨ ਤਿਆਰ ਕਰੋ। ਭਾਈ ਮਰਦਾਨੇ ਨੂੰ ਕਹਿਣਾ ਨਹੀਂ ਪਿਆ ਵੀ ਮੈਂ ਭੋਜਨ ਛਕਣ ਆਇਆ। ਸਤਿਗੁਰਾਂ ਆਖਿਆ ਸੀ ਵੀ ਉੱਥੇ ਚਲਾ ਜਾ। ਇਹ ਹੁੰਦੀ ਆ ਗੁਰਮਤਿਤਾਈ। ਭਾਈ ਝੰਡਾ ਜੀ ਅੱਗੋਂ ਕਹਿੰਦੇ ਘਰਵਾਲੀ ਨੂੰ ਆਪਣੀ ਨੂੰ, ਕਹਿੰਦੇ ਭਾਗਵਾਨੇ ਤੂੰ ਭੋਜਨ ਤਿਆਰ ਕਰ। ਜੋ ਭਾਈ ਇੰਦਰ ਸੈਨ ਨਿਜ ਸਦਨ ਸਿਧਾਰਾ। ਜਿਹੜਾ ਭਾਈ ਮਰਦਾਨਾ ਜੀ ਨੂੰ ਲੈ ਕੇ ਆਇਆ ਸੀ ਭਾਈ ਝੰਡੇ ਦੇ ਘਰ, ਭਾਈ ਇੰਦਰ ਸੈਨ, ਉਹ ਉੱਥੋਂ ਚਲਾ ਗਿਆ। ਕਹਿੰਦਾ ਚੰਗਾ ਭਾਈ ਝੰਡਾ ਜੀ ਮੈਂ ਚੱਲਿਆ। ਝੰਡਾ ਉਪਬਨ ਵਿਖੇ ਪਧਾਰਾ। ਔਰ ਭਾਈ ਝੰਡਾ ਜੀ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਸਤਿਗੁਰਾਂ ਵੱਲ ਜਾਣ ਨੂੰ ਤਿਆਰ ਹੋਏ। ਪੁਸ਼ਪ ਮధుਰ ਫਲ ਤੈ ਤੇ ਆਨੇ। ਪਹਿਲਾਂ ਬਾਗ ਵਿੱਚ ਗਏ ਭਾਈ ਝੰਡਾ ਜੀ, ਉੱਥੇ ਜਾ ਕੇ ਸੋਹਣੇ ਜਿਹੇ ਫੁੱਲ ਲਿਆਂਦੇ। ਪਹਿਲਾਂ ਫੁੱਲ ਟੋਕਰੀ 'ਚ ਪਾਏ, ਫਲ ਲੱਗੇ ਹੋਏ ਸੀ ਮਿੱਠੇ, ਉਹ ਫਲ ਭਾਈ ਝੰਡਾ ਜੀ ਨੇ ਲਏ। ਦੀਕ ਬਚਨ ਪਾਕੇ ਮਰਦਾਨੇ। ਭਾਈ ਮਰਦਾਨਾ ਜੀ ਵੇਖ ਕੇ ਕਹਿਣ ਲੱਗੇ ਉਤੋ ਕੌਣ ਆਏ ਜੋ ਮਮ ਸੰਗਾ। ਭਾਈ ਮਰਦਾਨਾ ਜੀ ਪੁੱਛਦੇ ਭਾਈ ਝੰਡਾ ਜੀ ਜਿਹੜਾ ਸੱਜਣ ਮੈਨੂੰ ਤੁਹਾਡੇ ਘਰ ਛੱਡ ਕੇ ਗਿਆ ਇਹ ਕੌਣ ਸੀ ਭਲਾ? ਹਾਂਜੀ, ਸ਼ੁਭ ਸੁਭਾਏ ਜਨ ਰੁਚਰੇ ਅਨੰਗਾ। ਬੜਾ ਸੋਹਣਾ ਸੁਭਾਅ ਸੀ ਉਹਦਾ, ਬੜੇ ਸੁੰਦਰ ਸੁਭਾਅ ਦਾ ਮਾਲਕ, ਮਿੱਠ ਬੋਲੜਾ ਸੀ। ਮੁਝ ਕੋ ਤੁਮਰੇ ਧਾਮ ਲਿਆਵਾ। ਮੈਨੂੰ ਚੇਚੇ ਤੌਰ ਤੇ ਨਾਲ ਲੈ ਕੇ ਤੁਹਾਡੇ ਘਰ ਆਇਆ ਤੇ ਤੁਹਾਡੇ ਘਰ ਅਦਬ ਨਾਲ ਛੱਡ ਕੇ ਗਿਆ। ਮਦਰ ਗਿਰਾ ਕੈ ਸੁਖ ਉਪਜਾਵਾ। ਤੇ ਬੜਾ ਮਿੱਠਾ ਮਿੱਠਾ ਬੋਲ ਬੋਲਦਾ ਸੀ, ਬੜੀ ਪਿਆਰੀ ਪਿਆਰੀ ਬੋਲੀ ਬੋਲਦਾ ਸੀ। ਝੰਡਾ ਕਹੇ ਨਗਰ ਨ੍ਰਿਪ ਜੋ। ਭਾਈ ਝੰਡਾ ਜੀ ਦੱਸਣ ਲੱਗੇ ਭਾਈ ਮਰਦਾਨਾ ਜੀ ਨੂੰ, ਕਹਿੰਦੇ ਜੀ ਸਾਡੇ ਨਗਰ ਦਾ ਜਿਹੜਾ ਰਾਜਾ ਹੈ, ਰਾਜਾ ਸੁਦਰਸੈਨ, ਜਾਂ ਕੋ ਮਾਤੁਲ ਲਾਗੇ ਸੋ। ਉਹ ਸੁਦਰਸੈਨ ਇਹਦਾ ਮਾਮਾ ਲੱਗਦਾ ਰਿਸ਼ਤੇ 'ਚ। ਇਹ ਸੁਦਰਸੈਨ ਰਾਜੇ ਦਾ ਭਾਣਜਾ ਹੈ, ਇਹਦਾ ਨਾਮ ਇੰਦਰਸੈਨ ਹੈ। ਮੁਝ ਸੋਂ ਪ੍ਰੀਤ ਕਰੇ ਅਧਿਕਾਈ। ਮੇਰੇ ਨਾਲ ਇਹ ਬੜਾ ਪ੍ਰੇਮ ਕਰਦਾ ਹੈ, ਮੇਰੇ ਨਾਲ ਇਹਦੀ ਬੜੀ ਅਧਿਕ ਪ੍ਰੀਤ ਹੈ। ਕਰਤ ਭਗਤ ਹੋਵਤ ਇੱਕ ਥਾਈ। ਅਸੀਂ ਦੋਵੇਂ ਰਲ ਕੇ ਇੱਕ ਜਗ੍ਹਾ ਤੇ ਪਰਮੇਸ਼ਰ ਦੀ ਭਗਤੀ ਕਰਦੇ ਹਾਂ। ਦੋਵੇਂ ਰਲ ਕੇ ਅਸੀਂ ਪ੍ਰਮਾਤਮਾ ਦੀ ਬੰਦਗੀ ਕਰਦੇ ਹਾਂ, ਇਬਾਦਤ ਕਰਦੇ ਹਾਂ। ਪ੍ਰਭ ਕੋ ਸੁਜਸ ਗਾਏ ਕਰ ਪ੍ਰੇਮਾ। ਪ੍ਰਭੂ ਪਰਮੇਸ਼ਰ ਦਾ ਸੁਜਸ ਪ੍ਰੇਮ ਸਹਿਤ ਗਾਇਨ ਕਰਦੇ ਹਾਂ, ਪ੍ਰੀਤ ਸਹਿਤ ਵਾਹਿਗੁਰੂ ਪ੍ਰਮਾਤਮਾ ਦਾ ਜਸ ਕਰਦੇ ਹਾਂ ਦੋਵੇਂ ਰਲ ਕੇ। ਹੋਏ ਇਕਾਂਤ ਇਹ ਹਮਰੋ ਨੇਮਾ। ਇਹ ਸਾਡਾ ਰੋਜ਼ ਦਾ ਨੇਮ ਹੈ। ਅਸੀਂ ਇਕਾਂਤ ਵਿੱਚ ਬਹਿ ਜਾਂਦੇ ਹਾਂ ਜਦੋਂ ਸਾਨੂੰ ਸਮਾਂ ਬਣਦਾ ਸਵੇਰੇ, ਔਰ ਦੋਵੇਂ ਰਲ ਕੇ ਅਸੀਂ ਬੰਦਗੀ ਕਰਦੇ ਹਾਂ, ਦੋਵੇਂ ਰਲ ਕੇ ਪਰਮੇਸ਼ਰ ਦਾ ਭਜਨ ਕਰਦੇ ਹਾਂ। ਕਰ ਵਿਚਾਰ ਆਤਮ ਅਭਿਆਸਾ। ਔਰ ਦੋਵੇਂ ਬਹਿ ਕੇ ਵਿਚਾਰ ਕਰਕੇ ਸਵੈ ਆਤਮ ਅਭਿਆਸ ਕਰਦੇ ਹਾਂ। ਆਤਮਾ ਦਾ ਅਭਿਆਸ ਕਿ ਮੈਂ ਆਤਮਾ ਹਾਂ, ਇਹ ਅਭਿਆਸ ਕਰਨਾ। ਖਾਲਸਾ ਜੀ ਇਹ ਅਭਿਆਸ ਹੀ ਹੈ। ਜਿਵੇਂ ਜਿਵੇਂ ਅਭਿਆਸ ਪੱਕ ਜੇ ਫਿਰ ਆਤਮਾ ਦਾ ਸਰੂਪ ਸਾਖਾਤਕਾਰ ਹੁੰਦਾ। ਸਾਡੇ ਅੰਦਰ ਅਭਿਆਸ ਹੈ, ਸਾਡੇ ਸਰੀਰ ਦਾ, ਸਾਡੇ ਤਨ ਦਾ ਅਭਿਆਸ ਸਾਨੂੰ ਹੈ, ਸਾਡੀ ਆਤਮਾ ਦਾ ਅਭਿਆਸ ਸਾਨੂੰ ਨਹੀਂ ਹੈ। ਇਸ ਕਰਕੇ ਸਾਨੂੰ ਕੋਈ ਪੁੱਛੇ ਕੌਣ ਹੈ ਤੇ ਸਾਡਾ ਸਰੀਰ ਵੱਲ ਧਿਆਨ ਜਾਂਦਾ, ਝਟ ਕਹਿੰਦੇ ਆ ਮੈਂ ਫਲਾਣਾ ਸਿਉਂ ਹਾਂ, ਕਿਉਂਕਿ ਸਰੀਰ ਦਾ ਅਭਿਆਸ ਹੈ, ਆਤਮਾ ਦਾ ਨਹੀਂ ਹੈ। ਇਹ ਕਹਿੰਦੇ ਭਾਈ ਝੰਡਾ ਜੀ ਭਾਈ ਮਰਦਾਨਾ ਜੀ ਨੂੰ, ਕਹਿੰਦੇ ਜਿਹੜਾ ਇੰਦਰਸੈਨ ਹੈ ਇਹ ਸਾਡੇ ਦੇਸ਼ ਦਾ ਜਿਹੜਾ ਰਾਜਾ ਸੁਦਰਸੈਨ ਹੈ ਉਹਦਾ ਭਾਣਜਾ, ਬੜਾ ਨੇਕ ਨੀਅਤ ਬੰਦਾ ਹੈ। ਅਸੀਂ ਦੋਵੇਂ ਬੜਾ ਪ੍ਰੇਮ ਨਾਲ ਪਰਮੇਸ਼ਰ ਦੀ ਬੰਦਗੀ ਕਰਦੇ ਹਾਂ, ਇਕਾਂਤ ਵਿੱਚ ਬਹਿ ਕੇ ਆਤਮ ਅਭਿਆਸ ਕਰਦੇ ਹਾਂ। ਔਰ ਮਦ ਬ੍ਰਿਧੀ ਅਧਿਕ ਹੁਲਾਸਾ। ਔਰ ਸਾਡੇ ਹਿਰਦੇ ਵਿੱਚ ਪ੍ਰਮਾਤਮਾ ਨੂੰ ਮਿਲਣ ਦਾ ਹੁਲਾਸ ਵੱਧਦਾ ਹੈ। ਜਦੋਂ ਅਸੀਂ ਦੋਵੇਂ ਮਿਲ ਕੇ ਰੱਬ ਦੇ ਘਰ ਦੀਆਂ ਗੱਲਾਂ ਕਰਦੇ ਹਾਂ ਤੇ ਪ੍ਰਭੂ ਨੂੰ ਮਿਲਣ ਦਾ ਚਾਅ ਸਾਡੇ ਹਿਰਦੇ ਵਿੱਚ ਜਾਗਦਾ ਹੈ। ਸੁਨ ਮਰਦਾਨੇ ਬਚਨ ਉਚਾਰੇ। ਸੁਣ ਕੇ ਭਾਈ ਮਰਦਾਨਾ ਜੀ ਅੱਗੋਂ ਬੋਲੇ, ਭਾਈ ਝੰਡਾ ਬਾਢੀ ਜੀ ਨੂੰ ਕਹਿਣ ਲੱਗੇ, ਧੰਨ ਸੰਤ ਤੁਮ ਪ੍ਰਭ ਕੇ ਪਿਆਰੇ। ਕਹਿਣ ਲੱਗੇ ਮਹਾਰਾਜ ਧੰਨ ਹੋ, ਤੁਸੀਂ ਧੰਨ ਹੋ,
ਧਨ ਹੋ ਸੰਤ ਜਨ ਐਸੇ ਪ੍ਰਭੂ ਦੇ ਪਿਆਰੇ ਤੁਸੀਂ ਧਨ ਹੋ। ਤਰ ਉਰ ਸੁਮਤ ਭਗਤ ਮਨ ਰੰਗੇ। ਹਿਰਦੇ 'ਚ ਸ੍ਰੇਸ਼ਟ ਮਤ ਨੂੰ ਧਾਰਨ ਕਰਕੇ ਤੁਸੀਂ ਪਰਮੇਸ਼ਰ ਦੀ ਭਗਤੀ ਦੇ ਰੰਗ 'ਚ ਰੰਗੇ ਹੋਏ ਹੋ। ਸ੍ਰੇਸ਼ਟ ਮਤ ਨੂੰ ਧਾਰਨ ਕਰਕੇ ਪ੍ਰਭੂ ਪਰਮੇਸ਼ਰ ਦੀ ਭਗਤੀ ਦੇ ਰੰਗ ਵਿੱਚ ਰੰਗੇ ਹੋਏ ਹੋ। ਮਿਲ ਕੇ ਕਰੋ ਸਦਾ ਸਤ ਸੰਗੇ। ਤੁਸੀਂ ਮਿਲ ਕੇ ਸਦਾ ਸਤਸੰਗ ਕਰਦੇ ਹੋ, ਦੋਵੇਂ ਮਿਲ ਕੇ ਪਰਮੇਸ਼ਰ ਦੀ ਬੰਦਗੀ ਕਰਦੇ ਹੋ। ਖਾਲਸਾ ਜੀ ਇਹਨੂੰ ਮੇਲ ਕਹਿੰਦੇ ਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਅਸੀਂ ਕਹਿੰਦੇ ਜੀ ਸਾਨੂੰ ਸਾਡਾ ਫਲਾਣਾ ਮਿੱਤਰ ਮਿਲਿਆ, ਉਹਦੇ ਨਾਲ ਬੈਠਿਆਂ ਪਤਾ ਨਹੀਂ ਕਿੰਨਾ ਸਮਾਂ ਲੰਘ ਗਿਆ, ਪਤਾ ਹੀ ਨਹੀਂ ਲੱਗਾ। ਉਹ ਮੇਲ ਨਹੀਂ ਹੁੰਦਾ ਜਿਹੜੀਆਂ ਸੰਸਾਰੀ ਗੱਲਾਂ ਹੀ ਕਰੀ ਜਾਣੀਆਂ। ਅਸਲ ਵਿੱਚ ਕਿਸੇ ਮਿੱਤਰ ਨਾਲ ਮੇਲ ਹੋਵੇ ਤੇ ਮੇਲ ਇਹ ਹੁੰਦਾ ਕਿ ਜਿਸ ਨਾਲ ਮਿਲ ਕੇ ਪ੍ਰਭੂ ਪਰਮੇਸ਼ਰ ਦੇ ਘਰ ਦੀਆਂ ਨਿਰੰਕਾਰ ਦੀਆਂ ਬਾਤਾਂ ਕਹੀਏ ਤੇ ਸੁਣੀਏ, ਇਹ ਮੇਲ ਹੁੰਦਾ। ਭਾਈ ਮਰਦਾਨਾ ਜੀ ਕਹਿੰਦੇ ਤੁਹਾਨੂੰ ਤੁਸੀਂ ਦੋਵੇਂ ਮਿਲ ਕੇ ਇਕਾਂਤ 'ਚ ਬਹਿ ਕੇ ਪਰਮੇਸ਼ਰ ਦਾ ਭਜਨ ਕਰਦੇ ਹੋ ਔਰ ਸਤ ਸੰਗਤ ਕਰਦੇ ਹੋ। ਅਬ ਜੀ ਭਇਓ ਤਿਆਰ ਆਹਾਰਾ। ਭਾਈ ਸਾਹਿਬ ਕਹਿੰਦੇ ਕਿ ਭਾਈ ਝੰਡਾ ਜੀ ਭੋਜਨ ਜੇ ਘਰ 'ਚ ਤਿਆਰ ਹੋ ਗਿਆ, ਲੈ ਕਰ ਚਲੋ ਨਾ ਕਰੋ ਆਵਾਰਾ। ਚਲੋ ਭੋਜਨ ਲੈ ਕੇ ਚੱਲੋ, ਦੇਰੀ ਨਾ ਕਰੋ ਤੇ ਚੱਲ ਕੇ ਨਾਨਕ ਤਪਾ ਜੀ ਦੇ ਦਰਸ਼ਨ ਕਰੋ। ਸੁਨ ਕਰ ਝੰਡਾ ਭਇਓ ਤਿਆਰਾ। ਸੁਣ ਕੇ ਭਾਈ ਝੰਡਾ ਜੀ ਨੇ ਛੇਤੀ ਤਿਆਰੀ ਕੀਤੀ। ਲੈ ਭੋਜਨ ਕੋ ਵਹਿਰ ਪਧਾਰਾ। ਕਰੋ ਭੋਜਨ ਲਿਆ ਕੇ ਬਰਤਨਾਂ ਵਿੱਚ ਪਾਇਆ ਤੇ ਭੋਜਨ ਤਿਆਰ ਕਰਕੇ ਬੰਨ ਕੇ ਨਾਲ ਚੱਲ ਪਏ। ਅਸਰ ਚੰਗੇਰ ਸੀਸ ਪਰ ਧਰ ਕੇ। ਚੰਗੇਰਾਂ ਹੁੰਦੀਆਂ ਸਨ ਪਿੰਡਾਂ 'ਚ ਬਣੀਆਂ ਹੋਈਆਂ ਤੇ ਦੱਬ ਦੀਆਂ ਬਣਾਈਆਂ ਚੰਗੇਰਾਂ। ਉਹ ਚੰਗੇਰ ਦੇ ਵਿੱਚ ਪ੍ਰਸ਼ਾਦਾ ਰੱਖ ਲਿਆ ਭਾਈ ਝੰਡਾ ਜੀ ਨੇ, ਔਰ ਉਹ ਚੰਗੇਰ ਵਿੱਚ ਪ੍ਰਸ਼ਾਦੇ ਸਬਜੀ ਭਾਜੀ ਰੱਖ ਕੇ ਸੀਸ ਤੇ ਧਰ ਕੇ ਚੱਲ ਪਏ। ਕਮਨਿਓ ਤੈਂ ਕੋ ਅਗਰਜ ਕਰਕੇ। ਉਹਦੇ 'ਚ ਫਲ ਆਦਿਕ ਵੀ ਰੱਖ ਲਏ, ਫੁੱਲ ਵੀ ਲੈ ਲਏ ਨਾਲ, ਔਰ ਚੰਗੇਰ ਅੱਗੇ ਰੱਖ ਕੇ ਮਹਾਰਾਜ ਜੀ ਦੇ ਅਦਬ ਸਤਕਾਰ ਵਾਸਤੇ ਚੱਲ ਪਏ। ਮਾਰਗ ਮੈਂ ਤਬ ਬੂਝਨ ਲਾਗਾ। ਤੇ ਰਸਤੇ 'ਚ ਜਾਂਦਿਆਂ ਭਾਈ ਮਰਦਾਨਾ ਜੀ ਨੂੰ ਪੁੱਛਦੇ, ਭਾਈ ਝੰਡਾ ਜੀ ਕਹਿ ਬੋਲੀ ਸੋ ਇਨ ਅਨੁਰਾਗਾ। ਕਹਿਣ ਲੱਗੇ ਮਰਦਾਨਾ ਜੀ ਜਿਹੜੇ ਸਾਹਿਬ ਜੀ ਦੇ ਦਰਸ਼ਨਾਂ ਨੂੰ ਮੈਂ ਚੱਲਿਆ, ਉਹਨਾਂ ਨੂੰ ਕਿਹੜੀ ਬੋਲੀ ਨਾਲ ਪ੍ਰੇਮ ਹੁੰਦਾ ਵੀ ਜਦੋਂ ਕਿਸੇ ਮਹਾਂਪੁਰਸ਼ ਨੂੰ ਮਿਲੀਏ ਤੇ ਉਹਨੂੰ ਰਾਮ ਸਲਾਮ ਕਹਿ ਕੇ ਬੁਲਾਈਏ, ਹਰੇ ਕ੍ਰਿਸ਼ਨ ਹਰੇ ਰਾਮ ਕਹੀਏ, ਰਾਧੇ ਰਾਧੇ ਕਹੀਏ, ਕੀ ਆਖੀਏ। ਜਿਵੇਂ ਹੋਰ ਕਿਸੇ ਮੁਸਲਮਾਨ ਫਕੀਰ ਨੂੰ ਮਿਲੀਏ ਤੇ ਉਹਨੂੰ ਉਸ ਢੰਗ ਨਾਲ ਬੁਲਾਈਦਾ। ਤੇ ਜਿਹੜੇ ਤੁਹਾਡੇ ਤਪਾ ਜੀ ਨੇ ਉਹਨਾਂ ਨੂੰ ਮੈਂ ਕਿਹੜੀ ਬੋਲੀ ਵਿੱਚ ਬੋਲਾਂ ਤੇ ਉਹਨਾਂ ਨੂੰ ਪਸੰਦ ਆਵੇ ਤੇ ਮੇਰੇ ਤੇ ਖੁਸ਼ ਹੋਵਣ। ਭਾਈ ਮਰਦਾਨੇ ਨੂੰ ਪੁੱਛਦੇ, ਭਾਈ ਝੰਡਾ ਜੀ ਸੁਨ ਕਰ ਬੈਨ ਪਨੇ ਮਰਦਾਨੇ। ਸੁਣ ਕੇ ਭਾਈ ਮਰਦਾਨਾ ਜੀ ਬੋਲੇ, ਕਰੋ ਨਾਮ ਕਰਤਾਰ ਬਖਾਨੇ। ਕਹਿਣ ਲੱਗੇ ਭਾਈ ਝੰਡਾ ਜੀ ਜਦੋਂ ਸਾਹਿਬ ਦੇ ਕੋਲ ਜਾਓ ਤੇ ਜਦੋਂ ਤੁਸੀਂ ਆਖੋਗੇ ਨਾ ਸਤ ਕਰਤਾਰ ਕਰਤਾਰ, ਤੇ ਉਹ ਸੁਣ ਕੇ ਬੜੇ ਖੁਸ਼ ਹੋਣਗੇ, ਕਿਉਂਕਿ ਉਹ ਆਪ ਹਮੇਸ਼ਾ ਕਹਿੰਦੇ ਆ ਵੇਖ ਮਰਦਾਨਿਆ ਰੰਗ ਕਰਤਾਰ ਦੇ। ਉਹ ਆਪ ਕਹਿੰਦੇ ਹੁੰਦੇ ਆ ਮਰਦਾਨਿਆ ਰਬਾਬ ਛੇੜ ਕਰਤਾਰ ਦੇ ਘਰੋਂ ਬਾਣੀ ਆਈ ਹੈ। ਤੇ ਜਿੱਥੇ ਜਾਂਦੇ ਨੇ ਉੱਚੀ ਆਵਾਜ਼ 'ਚ ਕਹਿੰਦੇ ਆ ਸਤ ਕਰਤਾਰ। ਇਹ ਸ਼ਬਦ ਉਹਨਾਂ ਨੂੰ ਬੜਾ ਹੀ ਪਿਆਰਾ ਹੈ। ਤੇ ਜੇ ਤੁਸੀਂ ਬੋਲਣਾ ਹੀ ਆ ਉਹਨਾਂ ਦੇ ਕੋਲ ਜਾ ਕੇ ਤੇ ਭਾਈ ਝੰਡਾ ਜੀ ਤੁਸੀਂ ਆਖਿਓ ਸਤ ਕਰਤਾਰ ਕਰਤਾਰ। ਇਹ ਸ਼ਬਦ ਉਹਨਾਂ ਨੂੰ ਬਹੁਤ ਹੀ ਪਿਆਰਾ ਹੈ। ਜੈ ਬੈਸੇ ਬੇਦੀ ਕੁਲ ਦੀਪਾ। ਭਾਈ ਝੰਡਾ ਜੀ ਕਹਿੰਦੇ ਮਹਾਰਾਜ ਸਤ ਬਚਨ ਇਹ ਚੱਲ ਪਏ ਤੇ ਜਿੱਥੇ ਬੇਦੀਆਂ ਦੀ ਕੁਲ ਦੇ ਸ਼੍ਰੋਮਣੀ ਬੇਦੀ ਕੁਲਦੀਪ ਸਤਿਗੁਰੂ ਜੀ ਬੈਠੇ ਸਨ। ਕੈਤ ਪਰਸ ਪਰ ਗਏ ਸਮੀਪਾ। ਇਹ ਗੱਲਾਂ ਬਾਤਾਂ ਕਰਦੇ ਦੋਵੇਂ ਮਹਾਰਾਜ ਜੀ ਦੇ ਕੋਲ ਪਹੁੰਚੇ। ਦੋਹਰਾ ਸ਼੍ਰੀ ਕਰਤਾਰ ਕਰਤਾਰ ਜੀ ਉਚਰਿਓ ਝੰਡੇ ਜਾਏ। ਭਾਈ ਝੰਡੇ ਨੇ ਜਿਵੇਂ ਮਰਦਾਨਾ ਜੀ ਕੋਲੋਂ ਸੁਣਿਆ ਉਦਾਂ ਹੀ ਆਖਿਆ ਮਹਾਰਾਜ ਸਤ ਕਰਤਾਰ ਸ਼੍ਰੀ ਕਰਤਾਰ ਸਤ ਕਰਤਾਰ ਜੀ। ਏਦਾਂ ਕਹਿ ਕੇ ਆ ਕੇ ਬੋਲੇ, ਤਰ ਆਹਾਰ ਆਗੇ ਰੁਚਰ ਇਗ ਬੈਠਿਓ
ਹਰ ਖਾਏ। ਪ੍ਰਸ਼ਾਦੇ ਵਾਲੀ ਚੰਗੇਰ ਸਤਿਗੁਰੂ ਜੀ ਦੇ ਸਨਮੁਖ ਰੱਖ ਕੇ ਪ੍ਰਣਾਮ ਕਰਕੇ ਭਾਈ ਝੰਡਾ ਜੀ ਮਹਾਰਾਜ ਜੀ ਦੇ ਸਨਮੁਖ ਬੈਠ ਗਏ। ਸ਼੍ਰੀ ਨਾਨਕ ਬੂਜਨ ਕਰਿਓ, ਝੰਡੇ ਸੁਨੀਏ ਸ਼੍ਰੋਨ। ਸਤਿਗੁਰੂ ਜੀ ਪੁੱਛਦੇ, ਹਾਂ ਭਾਈ ਝੰਡਾ ਜੀ ਸੁਣੋ। कहते आन्यो असन को, ਕਾਜ ਤੁਮਾਰੋ ਕੌਣ। ਮਹਾਰਾਜ ਜੀ ਕਹਿੰਦੇ, ਭਾਈ ਝੰਡਾ ਜੀ ਇਹ ਭੋਜਨ ਕਾਹਨੂੰ ਲੈ ਕੇ ਆਏ ਹੋ? ਕਿਹੜਾ ਕੰਮ ਹੈ ਤੁਹਾਨੂੰ ਸਾਡੇ ਤਾਈਂ ਜਿਹੜਾ ਇਹ ਭੋਜਨ ਲੈ ਕੇ ਆਏ ਹੋ? ਪਾਤਸ਼ਾਹ ਪੁੱਛਦੇ, ਕਿਹੜੇ ਕਾਰਨ ਕਰਕੇ ਭੋਜਨ ਲੈ ਕੇ ਆਏ ਹੋ? ਕੀ ਕਾਰਜ ਹੈ ਤੁਹਾਡਾ ਸਾਡੇ ਨਾਲ? ਪਰਮੇਸ਼ਰ ਭੇਜਾ ਤੁਮੇ, ਕਰ ਆਨਿਓ ਮੈਂ ਪਾਸ। ਦੇਖੋ ਅੱਗੋਂ ਜਵਾਬ ਦਿੰਦੇ ਭਾਈ ਝੰਡਾ ਜੀ, ਕਹਿੰਦੇ ਮਹਾਰਾਜ ਤੁਹਾਨੂੰ ਪਰਮੇਸ਼ਰ ਨੇ ਭੇਜਿਆ ਮੇਰੇ ਪਾਸ, ਤੇ ਮੈਨੂੰ ਚਾਅ ਜਾਗਿਆ ਕਿ ਪਰਮੇਸ਼ਰ ਦੇ ਭੇਜੇ ਆਏ ਨੇ ਤੇ ਮੈਂ ਉਹਨਾਂ ਲਈ ਭੋਜਨ ਤਿਆਰ ਕਰਕੇ ਲੈ ਕੇ ਜਾਵਾਂ। ਇਸ ਕਰਕੇ ਭੋਜਨ ਮਹਾਰਾਜ ਜੀ ਤੁਹਾਡੇ ਵਾਸਤੇ ਲੈ ਕੇ ਆਇਆ ਹਾਂ। ਅਸਨ ਅਚੋ ਅਬ ਸੰਤ ਜੀ, ਪੂਰਨ ਕੀਜੇ ਆਸ। ਮਹਾਰਾਜ ਜੀ ਸੰਤ ਜੀ ਇਹ ਭੋਜਨ ਛਕੋ ਤੇ ਮੇਰੀ ਆਸ ਪੂਰਨ ਕਰ ਦਿਓ। ਚੌਪਈ ਸੁਨ ਸ਼੍ਰੀ ਮੁਕਤੇ ਬਚਨ ਬਖਾਨੇ। ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੋਲੇ, ਪਰਮੇਸ਼ਰ ਕੋ ਸਕੋ ਪਛਾਨੇ। ਮਹਾਰਾਜ ਜੀ ਕਹਿੰਦੇ, ਭਾਈ ਝੰਡਾ ਜੀ ਜਿਹੜੇ ਪਰਮੇਸ਼ਰ ਦੀ ਤੁਸੀਂ ਗੱਲ ਕਹੀ ਹੈ ਵੀ ਸਾਨੂੰ ਪਰਮੇਸ਼ਰ ਨੇ ਭੇਜਿਆ, ਕੀ ਉਸ ਪਰਮੇਸ਼ਰ ਨੂੰ ਪਛਾਣਦੇ ਹੋ? ਪਾਤਸ਼ਾਹ ਪੁੱਛਦੇ, ਕੀ ਪਰਮੇਸ਼ਰ ਕੋ ਸਕੋ ਪਛਾਨੇ? ਕੀ ਪਰਮੇਸ਼ਰ ਨੂੰ ਤੁਸੀਂ ਪਛਾਣਦੇ ਹੋ ਜਿਹੜੇ ਪਰਮੇਸ਼ਰ ਨੇ ਸਾਨੂੰ ਤੁਹਾਡੇ ਕੋਲ ਭੇਜਿਆ? ਜੈ ਕੋ ਮੁਨ ਜਨ ਖੋਜਨ ਕਰਈ। ਉਹ ਪਰਮੇਸ਼ਰ ਜਿਹਨੂੰ ਮੁਨੀ ਜਨ ਤਪੀਸ਼ਵਰ ਖੋਜਦੇ ਨੇ, ਲੱਭਦੇ ਨੇ। ਨੀਤ ਨੀਤ ਮੁਖ ਬਹੁਰ ਉਚਰਈ। ਉਸ ਪਰਮੇਸ਼ਰ ਨੂੰ ਜਿਹਨੂੰ ਮੁਨੀ ਜਨ ਨੇਤ ਨੇਤ ਕਹਿ ਕੇ ਸੰਬੋਧਨ ਕਰਦੇ ਆ, ਨਾਇਤੀ 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 ਇਹ ਕਹਿ ਕੇ ਸੰਬੋਧਨ ਕਰਦੇ ਹਨ। ਸੁਨੋ ਸੰਤ ਜੀ ਮਿਲ ਗੁਣ ਗਾਵੇਂ। ਸੁਣ ਕੇ ਅੱਗੋਂ ਭਾਈ ਝੰਡਾ ਜੀ ਕਹਿੰਦੇ, ਮਹਾਰਾਜ ਅਸੀਂ ਮਿਲ ਕੇ ਉਹਦੇ ਗੁਣ ਗਾਉਂਦੇ ਆ, ਅਸੀਂ ਮਿਲ ਕੇ ਉਹਦੇ ਗੁਣ ਗਾਉਂਦੇ ਹਾਂ। ਖੋਜਨ ਹਿਤ ਅਭਿਲਾਖ ਵਧਾਵੇਂ। ਔਰ ਉਹਨੂੰ ਖੋਜਣ ਲਈ ਅਭਿਲਾਖਾ ਰੱਖਦੇ ਹਾਂ। ਲੱਭਿਆ ਨਹੀਂ, ਮਿਲਿਆ ਨਹੀਂ, ਜੇ ਅਸੀਂ ਜਾਣਦੇ ਨਹੀਂ ਜੇ ਉਹਨੂੰ, ਅਸੀਂ ਮਿਲ ਕੇ ਉਹਦੇ ਗੁਣ ਗਾਉਂਦੇ ਆ ਤੇ ਉਹਨੂੰ ਲੱਭਣ ਵਾਸਤੇ ਆਪਣੇ ਮਨ 'ਚ ਅਭਿਲਾਖਾ ਵਧਾਉਂਦੇ ਆ ਕਿ ਉਹ ਸਾਨੂੰ ਮਿਲ ਜਾਏ। ਇਹ ਇੱਛਾ ਸਾਡੇ ਹਿਰਦੇ 'ਚ ਪ੍ਰਬਲ ਹੁੰਦੀ ਹੈ। ਹਮਕੋ ਮਿਲੇ ਜਬੇ ਗੁਰ ਪੂਰਾ। ਸਾਨੂੰ ਜਦੋਂ ਕੋਈ ਪੂਰਨ ਗੁਰੂ ਮਿਲੇਗਾ, ਭਾਈ ਝੰਡਾ ਜੀ ਕਹਿੰਦੇ, ਸਾਨੂੰ ਜਦੋਂ ਕੋਈ ਪੂਰਨ ਗੁਰੂ ਮਿਲੇਗਾ, ਸੋ ਲਖਵਾਏ ਆਤਮਾ ਰੂਰਾ। ਉਹ ਸਾਨੂੰ ਉਸ ਸੁੰਦਰ ਆਤਮਾ ਦੇ ਦਰਸ਼ਨ ਕਰਾ ਦੇਵੇਗਾ, ਨਿਜ ਸਰੂਪ ਦੇ ਦਰਸ਼ਨ ਕਰਾ ਦੇਵੇਗਾ। ਸ਼੍ਰੀ ਨਾਨਕ ਤਵ ਬਚਨੀ ਉਚਾਰਾ। ਸੁਣ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਬੋਲੇ, ਕਹਿ ਕੀ ਸੰਗਤ ਮੇਲ ਤੁਮਾਰਾ। ਮਹਾਰਾਜ ਜੀ ਕਹਿੰਦੇ, ਭਾਈ ਝੰਡਾ ਜੀ ਇਹ ਦੱਸੋ ਵੀ ਕਿਹਦੇ ਨਾਲ ਮਿਲ ਕੇ ਰੱਬ ਦੇ ਗੁਣ ਗਾਉਂਦੇ ਹੋ? ਤੁਹਾਡੀ ਸੰਗਤ ਕਿਹਦੇ ਨਾਲ ਹੈ? ਕਿਹਦੀ ਸੰਗਤ ਤੁਸੀਂ ਕਰਦੇ ਹੋ? ਮਹਾਰਾਜ ਜੀ ਨੇ ਉਹਨੂੰ ਵੀ ਬੁਲਾਉਣਾ ਨਾ, ਭਾਈ ਇੰਦਰਸੈਨ ਨੂੰ। ਇਹ ਬੰਦਗੀ ਕਰਦੇ ਸੀ ਦੋਵੇਂ ਰਲ ਕੇ ਤੇ ਚਰੋਕਣੀ ਬੰਦਗੀ ਕਰ ਰਹੇ ਨੇ, ਪਰ ਬ੍ਰਹਮ ਸਰੂਪ ਪ੍ਰਾਪਤ ਨਹੀਂ ਸੀ ਹੋ ਰਿਹਾ। ਇਹਨਾਂ ਦੀ ਬੰਦਗੀ ਦਾ ਫਲ ਦੇਣ ਲਈ ਗੁਰੂ ਨਾਨਕ ਸਾਹਿਬ ਇੱਥੇ ਪਹੁੰਚੇ ਹਨ। ਮੇਰੇ ਸਾਹਿਬ ਆਪਣੇ ਸੇਵਕਾਂ ਦੀ ਘਾਲੀ ਹੋਈ ਘਾਲਣਾ ਅਜਾਈ ਨਹੀਂ ਨਾ ਜਾਣ ਦਿੰਦੇ। ਜਿੱਥੇ ਬੈਠਾ ਕੋਈ ਅਰਾਧ ਰਿਹਾ ਉੱਥੇ ਪਹੁੰਚੇ ਆ ਸਤਿਗੁਰੂ। ਮਹਾਰਾਜ ਜੀ ਕਹਿੰਦੇ, ਭਾਈ ਝੰਡਾ ਜੀ ਜਿਹਦੀ ਸੰਗਤ ਕਰਕੇ ਪ੍ਰਭੂ ਦੇ ਗੁਣ ਗਾਉਂਦੇ ਹੋ, ਉਹ ਕੌਣ ਹੈ ਭਲਾ? ਝੰਡਾ ਕਏ ਭੂਪ ਭਗਨੀ ਸੁਤ। ਕਹਿਣ ਲੱਗੇ ਭਾਈ ਝੰਡਾ ਜੀ, ਮਹਾਰਾਜ ਸਾਡੇ ਨਗਰ ਦਾ ਜਿਹੜਾ ਰਾਜਾ ਸੁਦਰਸੈਨ ਹੈ, ਉਹਦੀ ਭੈਣ ਦਾ ਪੁੱਤਰ ਹੈ, ਉਹਦਾ ਨਾਮ ਭਾਈ ਇੰਦਰਸੈਨ ਹੈ। ਭਗਤ ਕਰੇ ਮਿਲ ਕੇ ਤੈਂ ਸੰਯੁਤ। ਉਹਦੇ ਨਾਲ ਮਿਲ ਕੇ ਅਸੀਂ ਭਗਤੀ ਕਰਦੇ ਹਾਂ, ਉਹਦੇ ਨਾਲ ਮਿਲ ਕੇ ਅਸੀਂ ਪ੍ਰਮਾਤਮਾ ਦੀ ਬੰਦਗੀ ਕਰਦੇ ਹਾਂ। ਸ਼੍ਰੀ ਗੁਰ ਪਨੇ ਅਸਨ ਜੋ ਆਨਾ। ਸਤਿਗੁਰੂ ਜੀ ਕਹਿਣ ਲੱਗੇ, ਫਿਰ ਭਾਈ ਝੰਡਾ ਜੀ ਆ ਜਿਹੜਾ ਭੋਜਨ ਲੈ ਕੇ ਆਏ ਹੋ, ਜਾਂ ਕੋ ਕਰੋ ਪੰਜ ਸਥਾਨਾ। ਏਦਾਂ ਕਰੋ ਕਿ ਇਹਦੇ 5 ਭਾਗ ਬਣਾਓ।
ਪਾਤਸ਼ਾਹ ਕਹਿੰਦੇ ਮਹਾਰਾਜ ਜੀ ਕਹਿੰਦੇ ਆ ਜਿਹੜਾ ਭੋਜਨ ਲਿਆਇਓ ਚੰਗੇਰ ਚ ਰੱਖ ਕੇ ਇਹਦੇ 5 ਹਿੱਸੇ ਕਰ ਲਵੋ। ਏਕ ਭਾਗ ਕੋ ਅਸਨ ਜੋ ਹੋਏ, ਇੱਕ ਭਾਗ ਦਾ ਜਿਹੜਾ ਹਿੱਸਾ ਭੋਜਨ ਹੈ ਮਰਦਾਨੇ ਕੋ ਦੀਜੈ ਸੋਏ। ਉਹ ਸਾਡੇ ਸੇਵਕ ਭਾਈ ਮਰਦਾਨਾ ਜੀ ਨੂੰ ਦੇ ਦਿਓ। 4 ਹਿੱਸੇ ਰੱਖ ਲਓ, 5 ਹਿੱਸਿਆਂ ਚ ਇਹਨੂੰ ਵੰਡ ਲਓ। ਉਹ ਆਖੇ ਮਹਾਰਾਜ ਬੰਦੇ ਤਾਂ ਆਪਾਂ 4 ਆ ਇੱਥੇ। ਮਹਾਰਾਜ ਕਹਿੰਦੇ 5ਵਾਂ ਉਹ ਜਿਹਦੀ ਤੂੰ ਸੰਗਤ ਕਰਦਾ ਉਹਨੂੰ ਵੀ ਲਿਆ, ਉਹਨੂੰ ਵੀ ਭੋਜਨ ਛਾਂਦਾ ਉਹਨੂੰ ਵੀ ਦੇਣਾ। 4 ਹਿੱਸੇ ਵੱਖਰੇ ਕਰਕੇ ਇੱਕ ਹਿੱਸਾ ਸਾਡੇ ਸੇਵਕ ਭਾਈ ਮਰਦਾਨਾ ਜੀ ਨੂੰ ਹੁਣੇ ਦੇ ਦੇ। ਇੰਦਰ ਸੈਨ ਕੋ ਲਿਓ ਬੁਲਾਈ, ਔਰ ਆਪਣੇ ਸਾਥੀ ਭਾਈ ਇੰਦਰ ਸੈਨ ਨੂੰ ਵੀ ਸੱਦ ਕੇ ਲੈ ਆਓ। ਭੋਜਨ ਪੁਨ ਤੁਮਾਰ ਹਮ ਖਾਈ। ਜਦੋਂ ਭਾਈ ਇੰਦਰ ਸੈਨ ਆਵੇਗਾ ਫਿਰ ਅਸੀਂ ਤੁਹਾਡਾ ਭੋਜਨ ਛਕਾਂਗੇ। ਸਾਡੇ ਸੇਵਕ ਭਾਈ ਮਰਦਾਨਾ ਜੀ ਨੂੰ ਹਿੱਸਾ ਦੇ ਦਿਓ ਉਹਨਾਂ ਦਾ। 4 ਹਿੱਸੇ ਭੋਜਨ ਰੱਖ ਲਓ। ਜਦੋਂ ਭਾਈ ਇੰਦਰ ਸੈਨ ਨੂੰ ਲਿਆਓਗੇ ਬੁਲਾ ਕੇ ਫਿਰ ਅਸੀਂ ਇਹ ਭੋਜਨ ਛਕਾਂਗੇ। ਆਯਸਮਾਨ ਕੀਨ ਪੰਜ ਭਾਗਾ। ਭਾਈ ਝੰਡਾ ਜੀ ਨੇ ਆਖਿਆ ਮਹਾਰਾਜ 7 ਬਚਨ ਵੇਖਣਾ ਸੀ, 7 ਬਚਨ ਦੀ ਬਿਰਤੀ ਹੈ ਕਿ ਨਹੀਂ। ਅੱਗੋਂ ਇਹ ਤਾਂ ਨਹੀਂ ਕਹਿੰਦੇ ਨਹੀਂ ਮਹਾਰਾਜ ਮੈਂ ਤਾਂ ਛਕ ਕੇ ਆਇਆ ਜੀ ਤੁਸੀਂ ਛਕੋ। ਤੇ ਨਾਲੇ ਮਹਾਰਾਜ ਜੀ ਇੰਦਰ ਸੈਨ ਖਬਰੇ ਆਵੇ ਕਿ ਨਾ ਆਵੇ। ਪਾਤਸ਼ਾਹ ਨੇ ਵੇਖਣਾ ਸੀ ਕਿ ਜਿਹਦੇ ਅੰਦਰ ਮੰਨਣ ਦੀ ਬਿਰਤੀ ਆ ਧਰਮ ਦੇ ਰਾਹ ਤੇ ਉਹੀ ਚੱਲ ਸਕਦਾ ਹੈ। ਜਿਹਦੇ ਅੰਦਰ ਮੰਨਣ ਦਾ ਭਾਵ ਹੀ ਨਹੀਂ ਹੈ ਉਹ ਨਹੀਂ ਕਦੇ ਰੱਬ ਦੇ ਮਾਰਗ ਤੇ ਚੱਲ ਸਕਦਾ। ਵੇਖਣਾ ਸੀ ਮੰਨਦੇ ਆ, ਉਹਨਾਂ ਮੰਨ ਲਿਆ। ਆਖਿਆ ਮਹਾਰਾਜ 7 ਬਚਨ। ਉਸੇ ਵੇਲੇ ਪ੍ਰਸ਼ਾਦੇ ਦੇ 5 ਹਿੱਸੇ ਕੀਤੇ। ਏਕ ਭਾਗ ਦੇਵਨ ਤਬ ਲਾਗਾ। ਇੱਕ ਹਿੱਸਾ ਭੋਜਨ ਜਦੋਂ ਭਾਈ ਮਰਦਾਨਾ ਜੀ ਨੂੰ ਦੇਣ ਲੱਗੇ। ਦੋਹਰਾ ਨੈਲੀ ਮਰਦਾਨਾ ਕਏ, ਤੁਮ ਖਾਵੋ ਮੈਂ ਖਾਉ। ਭਾਈ ਮਰਦਾਨਾ ਜੀ ਭੋਜਨ ਨਹੀਂ ਲੈਂਦੇ। ਉਹ ਕਹਿਣ ਲੱਗੇ ਮਹਾਰਾਜ ਤੁਹਾਡੇ ਤੋਂ ਪਹਿਲਾਂ ਕਿਵੇਂ ਛਕਾਂ। ਮਹਾਰਾਜ ਜੀ ਪਹਿਲਾਂ ਤੁਸੀਂ ਛਕੋ ਤੇ ਬਾਅਦ ਵਿੱਚ ਮੈਂ ਛਕਾਂਗਾ। ਗੁਰੂ ਪਨੇ ਤੁਝ ਭੂਖ ਬੋ, ਖਾਵੋ ਕਰ ਨਾ ਹਟਾਵੋ। ਮਹਾਰਾਜ ਜੀ ਬੋਲੇ ਮਰਦਾਨਿਆਂ ਤੈਨੂੰ ਭੁੱਖ ਡਾਢੀ ਲੱਗੀ ਆ ਤੇ ਤੂੰ ਹਟਾ ਨਾ, ਤੂੰ ਛਕ। ਅਸੀਂ ਵੀ ਛਕ ਲੈਨੇ ਆ। ਵੇਖ ਅਸੀਂ ਆਪਣਾ ਵਰਤਾਰਾ ਰੱਖ ਲਿਆ, ਆਪਣਾ ਹਿੱਸਾ ਰੱਖ ਲਿਆ। ਇਹ ਤੇਰਾ ਹਿੱਸਾ, ਤੂੰ ਛਕ। ਤੇ ਤੈਨੂੰ ਭੁੱਖ ਡਾਢੀ ਲੱਗੀ ਹੋਈ ਆ, ਤੂੰ ਛਕ ਲੈ, ਅਸੀਂ ਛਕਾਂਗੇ ਠਹਿਰ ਕੇ। ਜੋ ਪਈ ਸੁਨ ਬਚ ਅਚਿਓ ਅਸਨ ਮਰਦਾਨੇ। ਸੁਣ ਕੇ ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ 7 ਬਚਨ, ਇਹ ਬਚਨ ਤਾਂ ਮੈਂ ਉਦਾਂ ਹੀ ਨਹੀਂ ਮੋੜ ਸਕਦਾ ਆਪ ਜੀ। ਬਹਿ ਕੇ ਪ੍ਰਸ਼ਾਦਾ ਭਾਈ ਮਰਦਾਨਾ ਜੀ ਨੇ ਛਕਿਆ। ਔਰ ਤਰਾ ਸਭ ਤਿਸੀ ਸਥਾਨੇ। ਬਾਕੀ 4 ਹਿੱਸੇ ਭੋਜਨ ਉੱਥੇ ਹੀ ਪਿਆ ਹੋਇਆ ਹੈ। ਝੰਡਾ ਗਿਓ ਬੁਲਾਵਨ ਤਾਂ ਕੋ। ਭਾਈ ਝੰਡਾ ਜੀ ਆਪਣੇ ਮਿੱਤਰ ਨੂੰ, ਆਪਣੇ ਸਾਥੀ ਭਾਈ ਇੰਦਰ ਸੈਨ ਨੂੰ ਬੁਲਾਉਣ ਗਏ। ਸੁਦਰ ਸੈਨ ਨ੍ਰਿਪ ਮਾਤੁਲ ਜਾਂ ਕੋ। ਰਾਜੇ ਸੁਦਰ ਸੈਨ ਦੇ ਭਾਣਜੇ ਨੂੰ ਸੱਦਣ ਵਾਸਤੇ ਗਏ। ਇੰਦਰ ਸੈਨ ਤਪ ਉਪਬਨ ਬੈਸਾ। ਭਾਈ ਇੰਦਰ ਸੈਨ ਜੀ ਬਾਹਰ ਇੱਕ ਬਾਗ 'ਚ ਇਕਾਂਤ 'ਚ ਬੈਠੇ ਹੋਏ ਆਨੰਦ 'ਚ। ਇਕਾਂਤ ਦਾ ਸਮਾਂ ਸੀ ਉਹਨਾਂ ਪਾਸ। ਇੱਕ ਬੜਾ ਸੋਹਣਾ ਬਾਗ ਹੈ, ਬੜੀ ਸੁੰਦਰ ਮਿੱਠੀ ਮਿੱਠੀ ਹਵਾ ਚੱਲਦੀ, ਰੁਮਕ ਰੁਮਕ ਫਲ ਫੁੱਲਾਂ ਨਾਲ ਭਰੇ ਦਰਖਤ ਨੇ। ਉਹਦੇ ਵਿੱਚ ਭਾਈ ਸਾਹਿਬ ਭਾਈ ਇੰਦਰ ਸੈਨ ਜੀ ਬੈਠੇ, ਨੇਤਰ ਮੁੰਦੇ ਹੋਏ ਆਪਣੇ ਆਨੰਦ ਵਿੱਚ ਵਲੀਨ ਹਨ। ਤੇ ਭਾਈ ਝੰਡਾ ਜੀ ਨੂੰ ਪਤਾ ਸੀ ਵੀ ਉੱਥੇ ਬਹਿੰਦੇ ਆ, ਉੱਥੇ ਚੱਲ ਕੇ ਗਏ ਬੁਲਾਉਣ ਨੂੰ। ਤੈਂ ਸੋ ਬਚਨ ਉਚਾਰਿਓ ਐਸਾ। ਜਾ ਕੇ ਭਾਈ ਇੰਦਰ ਸੈਨ ਨੂੰ ਭਾਈ ਝੰਡਾ ਜੀ ਕਹਿਣ ਲੱਗੇ, ਕਰੇ ਹਿਤ ਜੈ ਗਿਆਨ ਧਿਆਨਾ। ਕਹਿਣ ਲੱਗੇ ਇੰਦਰ ਸੈਨ ਜਿਸ ਵਾਸਤੇ ਇਹ ਗਿਆਨ ਤੇ ਧਿਆਨ ਕਰਦੇ ਹੋ, ਧਿਆਨ ਨਾਲ ਸੁਣਿਆ, ਕਿਹਾ ਕਿ ਜਿਸ ਵਾਸਤੇ ਤੁਸੀਂ ਇਹ ਗਿਆਨ ਤੇ ਧਿਆਨ ਕਰਦੇ ਹੋ, ਮਿਲਾ ਸੰਤ ਪੂਰਨ ਗਤੀ ਦਾਨਾ। ਉਹ ਆਤਮ ਗਿਆਨ ਨੂੰ ਪ੍ਰਾਪਤ ਕਰਾਉਣ ਵਾਸਤੇ ਜਾਪਦਾ ਹੈ ਇੱਕ ਮਹਾਨ ਤੇ ਪੂਰਨ ਸੰਤ ਆ ਪਹੁੰਚੇ ਨੇ ਆਪਾਂ ਨੂੰ ਦਰਸ਼ਨ ਦੇਣ ਵਾਸਤੇ। ਉਹ ਆ ਗਏ ਨੇ। ਜਿਸ ਲਈ ਇਹ ਜਪ ਤਪ ਕਰ ਰਹੇ ਹੋ, ਜਿਸ ਲਈ ਇਹ ਗਿਆਨ ਧਿਆਨ ਕਰ ਰਹੇ ਹੋ, ਉਹਨੂੰ ਜਣਾਉਣ ਲਈ ਪੂਰਨ ਸੰਤ ਆਏ ਹਨ। ਚਲੋ ਬੁਲਾਵਤ ਅਬ ਤੈਂ ਪਾਈ। ਇਹ ਭਾਈ ਇੰਦਰ ਸੈਨ ਚੱਲ। ਉਹ ਬੁਲਾਉਂਦੇ ਐ
ਤੇ ਚੱਲ ਕੇ ਉਹਨਾਂ ਦੇ ਚਰਨੀ ਲੱਗ। ਤੁਮ ਬਿਨ ਅਸਨ ਅਚਤ ਸੋ ਨਾਈ। ਉਹ ਤਾਂ ਕਹਿੰਦੇ ਜਦੋਂ ਤੱਕ ਇੰਦਰਸੈਨ ਨਹੀਂ ਆਉਂਦਾ ਅਸੀਂ ਪ੍ਰਸ਼ਾਦਾ ਨਹੀਂ ਛਕਣਾ। ਉਹ ਤਾਂ ਕਹਿੰਦੇ ਜਦੋਂ ਤੱਕ ਇੰਦਰਸੈਨ ਨਹੀਂ ਆਉਂਦਾ ਉਦੋਂ ਤਾਈਂ ਅਸੀਂ ਭੋਜਨ ਨਹੀਂ ਛਕਣਾ। ਸੁਨ ਕਰ ਇੰਦਰ ਸੈਨ ਹਰ ਖਾਨਾ। ਸੁਣ ਕੇ ਭਾਈ ਇੰਦਰਸੈਨ ਜੀ ਬੜੇ ਖੁਸ਼ ਹੋਏ, ਰੂਹ ਖਿੜ ਗਈ। ਆਹਾ ਆਹੋ ਭਾਗ ਮੇਰੇ, ਸਾਡੇ ਵੱਡੇ ਭਾਗ ਕਿ ਐਸੇ ਮਹਾਪੁਰਸ਼ ਐਸੇ ਮਹਾਤਮਾ ਆਪ ਚੱਲ ਕੇ ਆਏ ਨੇ ਸਾਨੂੰ ਦਰਸ਼ਨ ਦੇਣ ਲਈ। ਜਨ ਪਿਆਸੀ ਕੋ ਸੁਦਾ ਮਿਲਾਨਾ। ਆਹਾ ਮਾਨੋ ਜਿਵੇਂ ਕਿਸੇ ਜਨਮਾਂ ਤੋਂ ਪਿਆਸੇ ਨੂੰ ਅੰਮ੍ਰਿਤ ਮਿਲ ਗਈ ਹੋਵੇ। ਉੱਠ ਕਰ ਗਮਨਿਓ ਤੂਰਨ ਸੰਗਾ। ਉਸੇ ਵੇਲੇ ਉੱਠ ਕੇ ਭਾਈ ਇੰਦਰਸੈਨ ਜੀ ਭਾਈ ਝੰਡਾ ਜੀ ਨਾਲ ਚੱਲ ਪਏ। ਜਿਨ ਕੀ ਮਨ ਬੋ ਪ੍ਰੇਮੀ ਉਮੰਗਾ। ਜਿਨ੍ਹਾਂ ਦੇ ਮਨ ਵਿੱਚ ਬੜਾ ਹੀ ਪ੍ਰੇਮ ਹੈ, ਬੜਾ ਹੀ ਚਾਹ ਹੈ, ਬੜਾ ਹੀ ਖੇੜਾ ਹੈ। ਜੈ ਰਾਜਤ ਬੇਦੀ ਕੁਲ ਟੀਕਾ। ਜਿੱਥੇ ਬੇਦੀਆਂ ਦੀ ਕੁੱਲ ਦੇ ਟੀਕਾ, ਬੇਦੀਆਂ ਦੀ ਕੁੱਲ ਦੇ ਸ਼੍ਰੋਮਣੀ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਬਿਰਾਜਮਾਨ ਨੇ ਉੱਥੇ ਆਏ। ਆਨ ਤਹਾਂ ਕੀਏ ਦਰਸ਼ਨ ਨੀਕਾ। ਆ ਕੇ ਸਤਿਗੁਰੂ ਗਰੀਬ ਨਵਾਜ ਮਹਾਰਾਜ ਜੀ ਦੇ ਦਰਸ਼ਨ ਕੀਤੇ, ਸਤਿਗੁਰਾਂ ਦੇ ਦੀਦਾਰ ਕੀਤੇ। ਪਦ ਅਰਬਿੰਦ ਬੰਦਨਾ ਕਰਕੇ। ਮਹਾਰਾਜ ਜੀ ਦੇ ਸੋਹਣਿਆਂ ਜਿਹਾ ਚਰਨਾਂ ਕਮਲਾਂ ਤੇ ਭਾਈ ਇੰਦਰਸੈਨ ਤੇ ਭਾਈ ਝੰਡਾ ਜੀ ਨੇ ਆ ਕੇ ਮੱਥਾ ਟੇਕਿਆ। ਬੈਠਿਓ ਨਿਕਟ ਭਾਉ ਉਰ ਤਰ ਕੇ। ਗੁਰਦੇਵ ਦੇ ਚਰਨਾਂ ਤੇ ਪ੍ਰਣਾਮ ਕਰਕੇ ਭਾਵਨਾ ਸਹਿਤ ਪ੍ਰੇਮ ਸਹਿਤ ਗੁਰੂ ਚਰਨਾਂ 'ਚ ਬੈਠ ਗਏ। ਬੋਲੀ ਕਰਤ ਬੇਨਤੀ ਦੋ। ਦੋਵੇਂ ਹੱਥ ਜੋੜ ਕੇ ਬੇਨਤੀ ਕਰਦੇ ਗਰੀਬ ਨਵਾਜ ਸਾਹਿਬ ਜੀ ਦੇ ਚਰਨਾਂ ਵਿੱਚ ਜੋਦੜੀ ਕਰਦੇ ਹਨ। ਜਿਨ ਕੇ ਹਿਰਦੈ ਵਿਕਾਰ ਨ ਕੋ। ਇਹੋ ਜਿਹੇ ਗੁਰਸਿੱਖ ਜਗਿਆਸੂ ਨੇ ਜਿਨ੍ਹਾਂ ਦੇ ਹਿਰਦਿਆਂ 'ਚ ਕੋਈ ਵਿਕਾਰ ਨਹੀਂ ਰਿਹਾ। ਦੀਵਾ ਬਣਿਆ ਹੋਇਆ, ਤੇਲ ਵੀ ਹੈ, ਬੱਤੀ ਵੀ ਲੱਗੀ ਹੋਈ ਹੈ, ਬਸ ਅਗਨੀ ਲਾਣੀ ਸੀ ਤੇ ਜਗ ਜਾਣਾ ਸੀ। ਤਿਆਰੀ ਹੋ ਚੁੱਕੀ ਹੈ। ਅਗਨੀ ਲਾਣ ਦਾ ਕੰਮ ਗੁਰੂ ਨਾਨਕ ਸਾਹਿਬ ਆਏ ਨੇ ਕਰਨ ਵਾਸਤੇ। ਦੋਵੇਂ ਹੀ ਬੜੇ ਪਿਆਰੇ, ਹਿਰਦੇ ਸ਼ੁੱਧ ਨੇ ਦੋਨਾਂ ਦੇ। ਫਿਰ ਹਿਰਦੇ 'ਚ ਕੋਈ ਵਿਕਾਰ ਨਹੀਂ ਹੈ, ਫੁਰਦਾ ਹੀ ਨਹੀਂ ਵਿਕਾਰ। ਵਿਕਾਰ ਦਾ ਲੇਸ਼ ਮਾਤਰ ਵੀ ਹਿਰਦੇ 'ਚ ਨਹੀਂ। ਜੇ ਕਰ ਤੁਮ ਹੋ ਗਿਆਨ ਸੰਪੂਰਨ। ਮਹਾਰਾਜ ਜੀ ਨੂੰ ਕਹਿਣ ਲੱਗੇ ਸਾਹਿਬ ਜੇ ਤੁਸੀਂ ਗਿਆਨ 'ਚ ਸੰਪੂਰਨ ਹੋ ਨਿਜ ਉਪਦੇਸ਼ ਦੀਜੀਏ ਤੂਰਨ। ਮਹਾਰਾਜ ਆਪਣਾ ਉਪਦੇਸ਼ ਛੇਤੀ ਨਾਲ ਸਾਨੂੰ ਦਿਓ। ਮਹਾਰਾਜ ਬੇਨਤੀ ਕਰਦੇ ਦੋਵੇਂ ਪਾਤਸ਼ਾਹ ਜੇ ਤੁਸੀਂ ਗਿਆਨ 'ਚ ਸੰਪੂਰਨ ਹੋ ਤੇ ਸਾਨੂੰ ਆਪਣਾ ਉਪਦੇਸ਼ ਦੇ ਕੇ ਨਵਾਜੋ। ਬਹੁਤ ਦਿਨਨ ਕੀ ਹਮ ਉਰ ਚਾਹੂ। ਬੜੇ ਦਿਨਾਂ ਦੀ ਚਾਹ ਸੀ ਸਾਨੂੰ, ਅਸੀਂ ਤੇ ਰੋਜ਼ ਅਰਦਾਸਾਂ ਕਰਦੇ ਸੀ ਮਹਾਰਾਜ ਅਕਾਲ ਪੁਰਖ ਜੀ ਕਿਸੇ ਐਸੇ ਮਹਾਨ ਗੁਰਦੇਵ ਨੂੰ ਸਾਡੇ ਕੋਲ ਭੇਜੋ ਜਿਹੜਾ ਸਾਨੂੰ ਗਿਆਨ ਸੰਪੰਨ ਕਰ ਦੇਵੇ। ਖਬਰੇ ਉਹ ਅਰਦਾਸ ਅੱਜ ਸਾਡੀ ਪ੍ਰਵਾਨ ਹੋ ਗਈ ਹੈ। ਮਹਾਰਾਜ ਤੁਸੀਂ ਆਏ ਹੋ, ਕਿਰਪਾ ਕਰੋ। ਬੜੇ ਦਿਨਾਂ ਦੀ ਸਾਡੇ ਮਨ 'ਚ ਭੁਲਾਖਾ ਸੀ। ਕਰੋ ਦ્વੈਤ ਸਭ ਉਰਤੇ ਦਾਹੂ। ਸਾਡੇ ਹਿਰਦੇ ਦੀ ਦ્વੈਸ਼ ਨਾਸ ਕਰ ਦੇ, ਕਿਉਂਕਿ ਹਾਲੇ ਤੱਕ ਗੁਰੂ ਸਾਹਿਬ ਬਾਰੇ ਜਾਣਦੇ ਨਹੀਂ, ਹਾਲੇ ਤਾਂ ਦਰਸ਼ਨ ਹੋਏ ਨੇ ਪਹਿਲੀ ਵਾਰ, ਇਸ ਕਰਕੇ ਉਸ ਭਾਵ ਨਾਲ ਲਿਹਾਜ਼ੇ ਨਾਲ ਬੇਨਤੀ ਕਰ ਰਹੇ ਨੇ। ਹਾਂਜੀ ਗਿਆਨਾਨੰਦ ਦਾਨ ਕੋ ਦੀਜੈ। ਮਹਾਰਾਜ ਗਿਆਨਾਨੰਦ ਦਾ ਜਿਹੜਾ ਦਾਨ ਹੈ ਉਹ ਆਪ ਜੀ ਕਿਰਪਾ ਕਰਕੇ ਸਾਨੂੰ ਦਿਓ। ਹਮ ਪਰ ਸੰਤ ਕਿਰਪਾਲ ਪ੍ਰਸੀਜੈ। ਮਹਾਰਾਜ ਜੀ ਸੰਤ ਜੀ ਸਾਡੇ ਤੇ ਕਿਰਪਾਲ ਹੋਵੋ, ਸਾਡੇ ਤੇ ਪ੍ਰਸੰਨ ਹੋਵੋ, ਸਾਡੇ ਤੇ ਦਇਆ ਦੇ ਘਰ ਵਿੱਚ ਆਵੋ। ਕੋਟਕ ਜਨਮ ਬਤੀਤੇ ਭੂਲੇ। ਮਹਾਰਾਜ ਭੁੱਲਿਆਂ ਹੋਇਆਂ ਨੂੰ ਕਰੋੜਾਂ ਜਨਮ ਬੀਤ ਗਏ ਨੇ, ਕਰੋੜਾਂ ਭੁੱਲਿਆਂ ਨੂੰ ਹੀ ਬੀਤ ਗਏ ਆ। ਨਿਜ ਸਰੂਪ ਨੂੰ ਪ੍ਰਮਾਤਮ ਸਵਰੂਪ ਨੂੰ ਭੁੱਲਿਆਂ ਕਰੋੜਾਂ ਜਨਮ ਬੀਤ ਗਏ ਨੇ ਸਾਹਿਬ ਜੀ। ਇੱਕ ਜਨਮ ਨਹੀਂ ਐਸੇ ਕਈ ਜਨਮ ਬੀਤ ਗਏ ਨੇ। ਨਿਜ ਸਰੂਪ ਤੇ ਪੇ ਪ੍ਰਤਕੂਲੇ। ਆਪਣੇ ਨਿਜ ਸਰੂਪ ਤੋਂ ਉਲਟ ਹੋਏ ਫਿਰਦੇ ਹਾਂ। ਸਾਨੂੰ ਸਾਡਾ ਨਿਜ ਰੂਪ ਪਤਾ ਹੀ ਨਹੀਂ, ਬੋਧ ਹੀ ਨਹੀਂ। ਉਹਦੇ ਤੋਂ ਉਲਟ ਹੋਏ ਆਪਣੇ ਇਸ ਬਾਹਰਲੇ ਸਰੀਰ ਨੂੰ ਹੀ ਆਪਣਾ ਰੂਪ ਮੰਨੀ ਬੈਠੇ ਹਾਂ। ਸੋ ਸਰੂਪ ਅਬ ਦਿਓ ਦਿਖਾਈ। ਸਾਨੂੰ ਜਿਹੜਾ ਸਾਡਾ ਸਰੂਪ ਭੁੱਲਿਆ ਹੋਇਆ ਮਹਾਰਾਜ ਕਿਰਪਾ ਕਰਕੇ ਸਾਨੂੰ ਸਾਡਾ ਉਹ ਸਰੂਪ ਚੇਤੇ ਕਰਾ ਦਿਓ। ਸਾਡਾ ਉਹ ਭੁੱਲਿਆ ਹੋਇਆ ਸਰੂਪ ਸਾਨੂੰ ਜਣਾ ਦਿਓ ਮਹਾਰਾਜ, ਇਹ ਦਇਆ ਕਰ ਦਿਓ। ਖਾਲਸਾ ਜੀ ਅਸੀਂ ਕਹਿੰਦੇ ਹਾਂ ਅਸੀਂ ਰੱਬ ਨੂੰ ਲੱਭਣਾ ਹੈ। ਲੱਭੀ ਦਾ ਉਹਨੂੰ ਹੈ ਜਿਹੜਾ ਗਵਾਚਿਆ ਹੋਵੇ।
ਜਿਹੜਾ ਪਹਿਲਾਂ ਹੀ ਮੌਜੂਦ ਹੋਵੇ ਉਹਨੂੰ ਕਿਵੇਂ ਲੱਭਾਂਗੇ? ਕਹਿੰਦੇ ਜੀ ਫਲਾਣੇ ਨੇ ਰੱਬ ਨੂੰ ਪਾ ਲਿਆ। ਪਾਇਆ ਤਾਂ ਹੁੰਦਾ ਜੇ ਕਿਤੇ ਉਹ ਗਿਆ ਹੁੰਦਾ। ਪਾਇਆ ਤਾਂ ਜੇ ਗਿਆ ਹੁੰਦਾ। ਘੜੀ ਹੱਥ ਤੇ ਬੰਨੀ ਐ, ਭੁੱਲ ਗਈ ਐ। ਵੇਖਣ ਲੱਗ ਪਿਆ ਬੈੱਡ ਦੀ ਢੋ ਤੇ ਵੀ ਘੜੀ ਕਿੱਥੇ ਐ। ਕਦੇ ਬੈੱਡ ਦਾ ਢੋ ਖੋਲ ਕੇ ਵੇਖਦਾ, ਕਦੇ ਸਰਾਣਾ ਚੱਕ ਕੇ ਵੇਖਦਾ, ਕਦੇ ਇੱਧਰ ਕਦੇ ਉੱਧਰ, ਫਾਵਾ ਹੋਇਆ ਫਿਰਦਾ ਵੀ ਘੜੀ ਗਈ ਤੇ ਗਈ ਕਿੱਥੇ। ਗਵਾਚ ਗਈ ਹੈ, ਕਿਤੇ ਡਿੱਗ ਗਈ ਹੈ, ਕੋਈ ਲੈ ਗਿਆ ਚੁੱਕ ਕੇ। ਅਚਾਨਕ ਕਿਸੇ ਸੱਜਣ ਨੇ ਕੋਲ ਆ ਕੇ ਪੁੱਛ ਲਿਆ, ਉਹ ਕੀ ਲੱਭਦਾ ਫਿਰਦਾ? ਕਹਿੰਦਾ ਘੜੀ ਨਹੀਂ ਲੱਭਦੀ ਯਾਰਾ, ਪਤਾ ਨਹੀਂ ਕਿੱਥੇ ਰੱਖ ਕੇ ਭੁੱਲ ਗਿਆ। ਉਹ ਕਹਿੰਦਾ ਵੀ ਕਿੱਥੇ ਰੱਖੀ? ਆਹ ਹੱਥ ਤੇ ਬੱਧੀ ਹੋਈ। ਇੱਕਦਮ ਹੱਥ ਵੱਲ ਧਿਆਨ ਗਿਆ, ਕਹਿੰਦਾ ਉਹ ਮਿਲ ਗਈ। ਮਿਲੀ ਤਾਂ ਹੁੰਦੀ ਜੇ ਗਈ ਹੁੰਦੀ ਕਿਤੇ। ਭੁੱਲੀ ਹੋਈ ਸੀ, ਮੁੜ ਕੇ ਚੇਤੇ ਆ ਗਈ। ਨਿਜ ਸਰੂਪ ਭੁੱਲਿਆ ਹੋਇਆ ਉਹਨੂੰ ਕਹਿੰਦੇ ਨੇ ਅਗਿਆਨ। ਜਦੋਂ ਗੁਰੂ ਸਾਹਿਬ ਕਰੁਣਾ ਕਰਕੇ ਜਣਾ ਦੇਣ ਕਿ ਤੇਰਾ ਆਹ ਸਵਰੂਪ ਹੈ, ਉਹਨੂੰ ਕਹਿੰਦੇ ਨੇ ਗਿਆਨ। ਕਹਿਣ ਲੱਗੇ ਮਹਾਰਾਜ ਸਾਨੂੰ ਭੁੱਲਿਆ ਹੋਇਆ ਸਾਡਾ ਸਵਰੂਪ ਚੇਤੇ ਹੀ ਨਹੀਂ, ਜਨਮ ਜਨਮਾਂ ਤੋਂ ਭਟਕਦੇ ਫਿਰਦੇ ਆ। ਮਹਾਰਾਜ ਕਿਰਪਾ ਕਰੋ, ਸਾਨੂੰ ਸਾਡਾ ਉਹ ਸਵਰੂਪ ਦਇਆ ਕਰਕੇ ਜਣਾ ਦਿਓ। ਜਾਂ ਮੈਂ ਕਬੂ ਨਾ ਆਵਨ ਜਾਈ। ਐਸਾ ਸਵਰੂਪ ਜਣਾ ਦਿਓ ਮਹਾਰਾਜ ਜਿਹਦੇ ਚ ਜਾ ਕੇ ਆਉਣਾ ਜਾਣਾ ਨਹੀਂ ਹੁੰਦਾ, ਜਿਸ ਸਰੂਪ ਚ ਪਹੁੰਚ ਕੇ ਮੁੜ ਕੇ ਆਵਾ ਗੌਣ ਨਹੀਂ ਰਹਿੰਦਾ, ਜਨਮ ਮਰਨ ਮੁੱਕ ਜਾਂਦਾ। ਹਰਖ ਸ਼ੋਕ ਕੈ ਧੁੰਦ ਬਹੀਨਾ। ਜਿੱਥੇ ਨਾ ਹਰਖ ਹੈ ਨਾ ਸੋਗ ਹੈ ਨਾ ਦਵੰਦ ਹੈ। ਦਵੰਦ ਹੈ ਹੀ ਨਹੀਂ ਉੱਥੇ। ਉੱਥੇ ਦੋ ਨਹੀਂ ਆ ਮਹਾਰਾਜ। ਅਸੀਂ ਸੁਣਿਆ ਹੈ ਐਸਾ, ਜਾਣਿਆ ਨਹੀਂ। ਮਹਾਰਾਜ ਤੁਸੀਂ ਜਣਾ ਦਿਓ ਜਿਹੜੇ ਸਵਰੂਪ ਦੇ ਵਿੱਚ ਨਾ ਹਰਖ ਹੈ ਨਾ ਸੋਗ ਹੈ, ਨਾ ਉੱਥੇ ਦਵੰਦ ਹੈ, ਨਾ ਉੱਥੇ ਧੁੱਪ ਛਾਮ ਦਾ ਭੇਦ ਹੈ, ਨਾ ਉੱਥੇ ਪਾਪ ਪੁੰਨ ਦਾ ਭੇਦ ਹੈ। ਇਹ ਦਵੰਦ ਉੱਥੇ ਨਹੀਂ ਹੈ। ਜੋ ਕੈ ਮਲ ਤੇ ਹੋਏ ਨਾ ਮਲੀਨਾ। ਜਿਹੜਾ ਕਿਸੇ ਮੈਲ ਕਰਕੇ ਮਲੀਨ ਹੁੰਦਾ ਹੀ ਨਹੀਂ, ਸਦਾ ਹੀ ਨਿਰਮਲ ਰਹਿੰਦਾ, ਕਿਸੇ ਮੈਲ ਨਾਲ ਮੈਲਾ ਨਹੀਂ ਹੁੰਦਾ। ਸੁਨ ਕਰ ਬਿਨੇ ਦੀਨ ਦੁਖ ਗੰਜਨ। ਜਦੋਂ ਭਾਈ ਝੰਡਾ ਜੀ ਔਰ ਭਾਈ ਇੰਦਰ ਸੈਨ ਨੇ ਸਾਹਿਬ ਜੀ ਨੂੰ ਬੇਨਤੀ ਕੀਤੀ, ਦੀਨਾਂ ਦੇ ਦੁੱਖ ਭੰਨਣ ਵਾਲੇ ਗਰੀਬ ਨਵਾਜ ਸਾਹਿਬ ਜੀ ਨੇ ਬੇਨਤੀ ਸੁਣੀ। ਬੋਲੇ ਹੇਤ ਭਗਤ ਪ੍ਰਮ ਭੰਜਨ। ਭਗਤੀ ਦਾ ਉਪਦੇਸ਼ ਭਰਮ ਨੂੰ ਭੰਨਣ ਵਾਸਤੇ ਸਤਿਗੁਰੂ ਜੀ ਬੋਲੇ। ਭਗਤਮਈ ਉਪਦੇਸ਼ ਭਰਮ ਨੂੰ ਨਿਵਾਰਨ ਵਾਸਤੇ ਬੋਲੇ। ਗਿਆਨਾਨੰਦ ਮੈਂ ਚਉ ਜੇ ਮਗਨਾ। ਸਾਹਿਬ ਕਹਿਣ ਲੱਗੇ ਭਾਈ ਇੰਦਰ ਸੈਨ ਜੀ, ਭਾਈ ਝੰਡਾ ਜੀ, ਜੇ ਗਿਆਨਾਨੰਦ ਵਿੱਚ ਮਗਨ ਹੋਣਾ ਚਾਹੁੰਦੇ ਹੋ, ਗਿਆਨਾਨੰਦ, ਗਿਆਨਾਨੰਦ ਆਤਮਾ ਦਾ ਸਵਰੂਪ, ਬ੍ਰਹਮ ਗਿਆਨ ਦਾ ਸਵਰੂਪ, ਉਹਦੇ ਵਿੱਚ ਲੀਨ ਹੋਣਾ ਚਾਹੁੰਦੇ ਹੋ, ਨਿਜ ਸਰੂਪ ਕੀ ਲਿਵ ਕੋ ਲਗਨਾ। ਆਪਣੇ ਨਿਜ ਸਵਰੂਪ ਦੇ ਵਿੱਚ ਆਪਣੀ ਲਿਵ ਲਾਣਾ ਚਾਹੁੰਦੇ ਹੋ, ਤੋ ਪ੍ਰਥਮੇ ਗੁਰ ਦਛਨਾ ਦੀਜੈ। ਸਿੱਧਾ ਆ ਕੇ ਗਿਆਨ ਮੰਗ ਰਹੇ ਹੋ, ਦਕਸ਼ਿਣਾ ਨਹੀਂ ਦੇਣੀ ਸਾਨੂੰ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਪਾਤਸ਼ਾਹ ਕਹਿੰਦੇ ਜਿਹਦੇ ਕੋਲੋਂ ਗਿਆਨ ਲਈਦਾ ਉਹਨੂੰ ਗੁਰਦਕਸ਼ਿਣਾ ਵੀ ਦੇਈਦੀ ਹੈ। ਪਹਿਲਾਂ ਦੋਵੇਂ ਜਣੇ ਸਾਨੂੰ ਗੁਰਦਕਸ਼ਿਣਾ ਦਿਓ। ਪਾਤਸ਼ਾਹ ਕਹਿੰਦੇ ਸੀ ਮੰਗ ਕੇ ਲੈਨੇ ਆ ਤੁਹਾਡੇ ਕੋਲੋਂ, ਦਿਓ ਬਈ, ਪਹਿਲਾਂ ਸਾਨੂੰ ਗੁਰਦਕਸ਼ਿਣਾ ਭੇਟ ਕਰੋ। ਪਾਛੇ ਸ਼ਰਵਨ ਗਿਆਨ ਕੋ ਕੀਜੈ। ਪਹਿਲਾਂ ਗੁਰਦਕਸ਼ਿਣਾ ਦੇ ਕੇ ਪਿੱਛੋਂ ਗਿਆਨ ਸੁਣਿਓ, ਬਾਅਦ ਵਿੱਚ ਗਿਆਨ ਸੁਣਿਓ ਜਿਹੜਾ ਗਿਆਨ ਲੈਣਾ ਹੈ। ਲਖਨੋ ਜਗਤ ਅਸਤ ਸਭ ਸਾਰੋ। ਇਹ ਸਾਰਾ ਜਗਤ ਅਸਤ ਹੈ, ਪਹਿਲਾਂ ਇਹ ਜਾਣ ਲਓ, ਇਹ ਜਗਤ ਅਸਤ ਹੈ। ਜਾਂ ਤੇ ਸਭ ਹਮ ਕੋ ਦੈ ਡਾਰੋ। ਏਦਾਂ ਕਰੋ, ਪਹਿਲਾਂ ਇਸ ਜਗਤ ਵਿੱਚ ਜੋ ਅਸਤ ਹੈ ਉਹ ਸਭ ਕੁਝ ਸਾਨੂੰ ਦੇ ਦਿਓ। ਦੇਖੋ ਦਕਸ਼ਿਣਾ ਕੀ ਮੰਗਦੇ ਮਹਾਰਾਜ, ਕਹਿੰਦੇ ਪਹਿਲਾਂ ਇਹ ਜਾਣੋ ਕਿ ਜਗਤ ਅਸਤ ਹੈ, ਅਸਤ ਸਮਝ ਕੇ ਇਹ ਸਭ ਕੁਝ ਸਾਨੂੰ ਦੇ ਦਿਓ, ਸਾਨੂੰ ਅਰਪਣ ਕਰ ਦਿਓ। ਸਤ ਵਿਚਾਰ ਵਿਰਾਗ ਜੇ ਆਹੀ। ਜਿਹੜਾ ਸਤ ਹੈ ਉਹ ਹੈ ਵਿਰਾਗ, ਸਤ ਹੈ ਬ੍ਰਹਮ ਵਿਚਾਰ, ਉਹਨੂੰ ਗ੍ਰਹਿਣ ਕਰੋ। ਆਦ ਉਦਾਰ ਸੁਗੁਣ ਜਿਸ ਮਾਈ। ਜਿਹਦੇ ਚ ਉਦਾਰਤਾ ਆਦਿਕ ਸ਼ੁਭ ਗੁਣ ਹਨ। ਤਾਂ ਕੋ ਸਹਿਜ ਸੁਭਾਇਕ ਗਿਆਨਾ। ਉਹਦਾ ਸਹਿਜ ਸੁਭਾਏ ਜਿਹੜਾ ਗਿਆਨ ਹੈ। ਹੋਏ ਆਵਤੇ
ਆਨੰਦ ਮਹਾਨਾ ਆਨੰਦ ਹੀ ਪ੍ਰਾਪਤ ਹੋ ਜਾਂਦਾ ਸੁੱਤੇ ਸਿੱਧ ਉਹਦੇ ਵਿੱਚੋਂ, ਜਿਨ ਮੈਂ ਇਹ ਗੁਣ ਪਾਇਤ ਨਾਈ। ਜਿਨ੍ਹਾਂ ਵਿੱਚ ਇਹ ਗੁਣ ਪਾਏ ਹੀ ਨਹੀਂ ਜਾਂਦੇ, ਚਾਹੇ ਕਿ ਗਿਆਨ ਹੋਏ ਉਰ ਮਾਈ। ਇਹ ਗੁਣ ਨਾ ਹੋਣ ਜਿਨ੍ਹਾਂ 'ਚ ਗਿਆਨ ਭਗਤੀ ਨਾ ਹੋਵੇ, ਵਿਰਾਗ ਨਾ ਹੋਵੇ, ਵਿਵੇਕ ਨਾ ਹੋਵੇ, ਤੇ ਆਖਣ ਜੀ ਸਾਨੂੰ ਗਿਆਨ ਮਿਲ ਜਾਵੇ। ਤਿਨ ਕੋ ਕਰਨੋ ਲਖੋ ਅਕਾਰਤ। ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਗਿਆਨ ਦਾ ਉਪਦੇਸ਼ ਦੇਣਾ ਅਕਾਰਥ ਹੈ। ਉਹਨਾਂ ਨੂੰ ਗਿਆਨ ਦਾ ਉਪਦੇਸ਼ ਦੇਣਾ ਏਦਾਂ ਜਿਵੇਂ ਕਿਸੇ ਬਾਂਦਰ ਨੂੰ ਕੀਮਤੀ ਹੀਰਾ ਦੇਣਾ। ਸਦ ਹੀ ਲੰਪਟ ਜਗਤ ਪਦਾਰਥ। ਕਿਉਂਕਿ ਉਹ ਸਦਾ ਹੀ ਸੰਸਾਰ ਦੇ ਪਦਾਰਥਾਂ ਵਿੱਚ ਲੰਪਟ ਰਹਿੰਦੇ ਹਨ। ਤਾਂ ਤੋ ਤੁਮਰੋ ਪਰਖਨ ਕਰਕੇ। ਇਸ ਕਰਕੇ ਪਹਿਲਾਂ ਪਰਖਾਂਗੇ ਤੁਹਾਨੂੰ, ਜਿਹੜਾ ਅਸੀਂ ਗਿਆਨ ਦਾ ਗੁਣ ਤੁਹਾਨੂੰ ਦੇਣਾ ਉਹਦੇ ਗਾਹਕ ਹੋ ਕੇ ਨਹੀਂ ਤੁਸੀਂ ਮੰਗ ਰਹੇ। ਉਹ ਗਿਆਨ ਜੋ ਤੁਰਿਆ ਪਦ ਦਾ ਹੈ, ਉਸ ਨੂੰ ਪ੍ਰਾਪਤ ਕਰਨ ਲਈ ਤੁਸੀਂ ਅਧਿਕਾਰੀ ਹੋ ਕੇ ਨਹੀਂ, ਇਹ ਅਸੀਂ ਪਰਖਾਂਗੇ ਪਹਿਲਾਂ। ਬੋਰੋਂ ਦੇ ਉਪਦੇਸ਼ ਵਿਚਰ ਕੇ। ਫਿਰ ਵਿਚਾਰ ਕੇ ਤੁਹਾਨੂੰ ਉਪਦੇਸ਼ ਦੇਵਾਂਗੇ। ਪਹਿਲਾਂ ਸਾਨੂੰ ਗੁਰਦਕਸ਼ਨਾ ਕਰੋ, ਕੀ ਕਰਦੇ ਹੋ? ਇਹ ਜਗਤ ਅਸਾਰ ਹੈ, ਪਹਿਲਾਂ ਇਹੀ ਸਾਨੂੰ ਭੇਟ ਕਰ ਦਿਓ। ਹਾਂਜੀ। ਹੋ ਉਦਾਰ ਤੋ ਦੀਜੇ ਸਭਈ। ਜੇ ਉਦਾਰ ਹੋ ਤੇ ਫਿਰ ਸਭ ਕੁਝ ਸਾਨੂੰ ਅਰਪਣ ਕਰੋ। ਹੋਏ ਹੈ ਗਿਆਨ ਪ੍ਰਾਪਤ ਤਬਈ। ਫਿਰ ਹੀ ਤੁਹਾਨੂੰ ਗਿਆਨ ਦੀ ਪ੍ਰਾਪਤੀ ਹੋਵੇਗੀ। ਦੋਵੇਂ ਵਿਚਾਰ ਕਰਨ ਲੱਗੇ ਵੀ ਸਾਡੇ ਕੋਲ ਕੀ ਹੈ ਅਸਾਰ। ਬਾਹਰ ਧਿਆਨ ਮਾਰਦੇ ਆ, ਨਿਗਾਹ ਮਾਰਦੇ ਆ, ਘਰ ਹੈ, ਧਨ ਹੈ, ਜਾਇਦਾਦ ਹੈ, ਬਾਗ ਬਗੀਚੇ ਨੇ। ਆਖਿਆ ਮਹਾਰਾਜ ਸਭ ਕੁਝ ਤੁਹਾਨੂੰ ਅਰਪਿਆ। ਪਾਤਸ਼ਾਹ ਕਹਿੰਦੇ ਹੁਣ ਪਿੱਛੇ ਕੀ ਰਹਿ ਗਿਆ ਤੁਹਾਡੇ ਕੋਲੇ ਅਰਪਣ ਤੋਂ ਬਾਅਦ? ਫਿਰ ਕਹਿੰਦੇ ਜੀ ਹੁਣ ਤਾਂ ਇਹ ਸਰੀਰ ਰਹਿ ਗਿਆ। ਮਹਾਰਾਜ ਕਹਿੰਦੇ ਫਿਰ ਇਹ ਕਾਹਨੂੰ ਰੱਖਿਆ ਹੋਇਆ, ਇਹ ਵੀ ਅਰਪ ਦਿਓ। ਉਹ ਅਰਪਣ ਤੋਂ ਬਾਅਦ ਮਹਾਰਾਜ ਕਹਿੰਦੇ ਹੁਣ ਦੱਸੋ ਪਿੱਛੇ ਕੀ ਬਚਿਆ ਤੁਹਾਡੇ ਕੋਲੇ? ਕਹਿੰਦੇ ਜੀ ਮਨ ਰਹਿ ਗਿਆ। ਉਹ ਜਿਵੇਂ ਜਿਵੇਂ ਇਹਨੂੰ ਕਹਿੰਦੇ ਆ ਖਾਲਸਾ ਜੀ ਸਮਰਪਣ ਭਾਵ। ਕਿਵੇਂ ਅਰਪਣਾ? ਗੁਰੂ ਚਰਨਾਂ ਵਿੱਚ। ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗੁਰੂ ਪਾਤਸ਼ਾਹ ਦਾ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। ਹੈ ਅਚੁੱਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸ। ਹੈ ਪੂਰਨ ਹੈ ਸਰਬ ਮੈਂ। ਦੁਖ ਭੰਜਨ ਗੁਣਤਾਸ। ਹੈ ਸੰਗੀ ਹੈ ਨਿਰੰਕਾਰ। ਹੈ ਨਿਰਗੁਣ ਸਭ ਟੇਕ। ਹੈ ਗੋਬਿੰਦ